आद जुगाद भगतन का रखा, उस्तत कर कर जीवा। नानक नाम नानक नाम महारस मीठा, अन दिन मन तन पीवा। बेसुमार अथाह अगंत अतुल, ज्यों बुलाव हो त्यों नानक दास बोले। ढिंडोत बंधन अनक बार, सर्व कला समरथ डोलन ते राखो प्रभु, नानक दे कर हाथ। तेरे कवन कवन गुण कहे कहे गावा, तू साहिब गुणी निधाना। तुम्हारी महिमा 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 बरन ना सको, तू ठाकुर ऊच भगवान। आनंद गुणी निधान गुरु गरीब निवाज जी। सारी संगत गज के बोलो सतनाम श्री वाहेगुरु जी।
ਚੰਨ ਦੀਆਂ ਕਿਰਨਾਂ ਜਦ ਤੱਕ ਰਹਿਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ ਜੀ ਦਾਤਾ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ ਮਾੜੇ ਦੀ ਇਮਦਾਦ ਵਾਸਤੇ ਖੜਦਾ ਰਹੂ ਹੱਕਾਂ ਬਦਲੇ ਪੰਥ ਖਾਲਸਾ ਲੜਦਾ ਰਹੂ ਹੱਕਾਂ ਬਦਲੇ ਪੰਥ ਖਾਲਸਾ ਲੜਦਾ ਰਹੂ ਹੁਣ ਤਾਕਤਾਂ ਨਸ਼ਟ ਜੋ ਇਸ ਨਾਲ ਖਹਿਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ ਜੀ ਦਾਤਾ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ ਆਦੇ ਅਸਮਾਨੇ ਪੰਥ ਦੇ ਝੰਡੇ ਝੁੱਲਣਗੇ ਤਖਤ ਦਿੱਲੀ ਦੇ ਪੈਰਾਂ ਦੇ ਵਿੱਚ ਰੁੱਲਣਗੇ ਤਖਤ ਦਿੱਲੀ ਦੇ ਪੈਰਾਂ ਦੇ ਵਿੱਚ ਰੁੱਲਣਗੇ ਕਲਗੀਧਰ ਦੀਆਂ ਫੌਜਾਂ ਉੱਪਰ ਬਹਿਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ ਜੀ ਦਾਤਾ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ ਆਕੜਿਆਂ ਦੇ ਮਾਨ ਮਨਾਰੇ ਟਹਿ ਜਾਣਗੇ ਪੰਥ ਤੇਰੇ ਦੇ ਚਰਨੀ ਆ ਕੇ ਪੈ ਜਾਣਗੇ ਪੰਥ ਤੇਰੇ ਦੇ ਚਰਨੀ ਆ ਕੇ ਪੈ ਜਾਣਗੇ ਸ਼ਾਨਾਂ ਉੱਚੀਆਂ ਸਦਾ ਜਗਤ ਵਿੱਚ ਰਹਿਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ ਜੀ ਦਾਤਾ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ
ਓ ਜਥੇਦਾਰ ਵੀ ਪੰਥ ਪ੍ਰਸਤੀ ਹੋਵਣਗੇ, ਜਥੇਦਾਰ ਵੀ ਪੰਥ ਪ੍ਰਸਤੀ ਹੋਵਣਗੇ। ਆ ਜਿਹੜੇ ਪੰਥ ਗਦਾਰ ਉਹ ਆਖਰ ਰੋਵਣਗੇ। ਜਥੇਦਾਰ ਵੀ ਪੰਥ ਪ੍ਰਸਤੀ ਹੋਵਣਗੇ, ਜਿਹੜੇ ਪੰਥ ਗਦਾਰੋ ਆਖਰ ਰੋਵਣਗੇ, ਜਿਹੜੇ ਪੰਥ ਗਦਾਰੋ ਆਖਰ ਰੋਵਣਗੇ। ਮੌਜੀ ਦੀਆਂ ਲਿਖਤਾਂ ਵੀ ਸੱਚੀਆਂ ਕਹਿਣਗੀਆਂ, ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ। ਜੀ ਦਾਤਾ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ। ਜੀ ਦਾਤਾ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ। ਹੋ ਹੋ ਵਾਹਿਗੁਰੂ। ਮੀਰੀ ਅਤੇ ਪੀਰੀ ਦੋਵੇਂ ਹੱਥ ਜੋੜ ਆਉਣ ਧੰਨ ਛੇਵੇਂ ਪਾਤਸ਼ਾਹ ਜੀ ਤੇਰੇ ਦਰ ਚੱਲ ਕੇ। ਨੱਥਾ ਅਬਦੁੱਲਾ ਦੋਵੇਂ ਢੱਡ ਤੇ ਸਰੰਗੀ ਨਾਲ, ਵੀਰਾਂ ਦੀਆਂ ਵਾਰਾਂ ਗਾਉਣ ਤੇਰੇ ਦਰ ਚੱਲ ਕੇ। ਸੂਰਜ ਤੇ ਚੰਦ ਦੋਵੇਂ ਹੁਕਮ ਚ ਬੰਦ ਦੋਵੇਂ, ਪਵਨ ਝੁਲਾਵੇ ਚੌਰ ਤੇਰੇ ਦਰ ਚੱਲ ਕੇ। ਮੇਰੀ ਸਮਰੱਥਾ ਇੰਨੀ ਭਲਾ ਨਿਰਦੋਸ਼ ਕਿਤੇ ਦੱਸਾਂ ਕੌਣ ਕੌਣ ਆਉਂਦੇ ਤੇਰੇ ਦਰ ਚੱਲ ਕੇ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਜੁੜ ਬੈਠੇ ਗੁਰੂ ਸਵਾਰੇ ਸਤਿਕਾਰਯੋਗ ਖਾਲਸਾ ਜੀ, ਵੱਡੇ ਭਾਗਾਂ ਵਾਲੇ ਹਾਂ। ਸਤਿਗੁਰੂ ਨੇ ਕਿਰਪਾ ਕੀਤੀ ਹੈ, ਅੱਜ ਜਿਹੜੇ ਮਨੁੱਖਾ ਦੇਹ ਦੇ ਅੰਦਰ ਸਵਾਸੇ ਬਖਸ਼ੇ ਨੇ ਉਹਨਾਂ ਨੂੰ ਸਫਲਿਆਂ ਕਰ ਲਈ ਛੇਵੇਂ ਪਾਤਸ਼ਾਹ ਦੇ ਪਾਵਨ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਹਾਂ। ਇੱਕ ਝਾਤ ਮਾਰਨ ਦਾ ਯਤਨ ਕਰਨਾ। ਮੈਂ ਅਕਸਰ ਸਟੇਜਾਂ ਉੱਤੇ ਬੇਨਤੀ ਕਰਿਆ ਕਰਦਾ, ਪਤਾ ਨਹੀਂ ਅਸੀਂ ਭਾਗਾਂ ਵਾਲੇ ਸਭ ਤੋਂ ਵੱਧ ਹਾਂ। ਕਈ ਸਵਾਲ ਕਰਦੇ ਵੀ ਅਸੀਂ ਭਾਗਾਂ ਵਾਲੇ ਕਿਉਂ। ਮੈਂ ਬੇਨਤੀ ਤਾਂ ਕਰਦਾ ਕਿ ਅਸੀਂ ਭਾਗਾਂ ਵਾਲੇ ਤਾਂ ਹਾਂ ਸੱਜਣੋ, ਝਾਤ ਮਾਰਿਓ। ਪਤਾ ਨਹੀਂ ਜਿਹੜੇ ਪਿਛਲੇ ਸਾਲ ਤੁਹਾਡੇ ਲਾਗੇ ਇਸ ਜੋੜ ਮੇਲੇ ਵਿੱਚ ਬੈਠੇ ਸੀ ਉਹ ਅੱਜ ਸਰੀਰ ਕਰਕੇ ਕਿੰਨੇ ਚਲੇ ਗਏ, ਤੇ ਨਾ ਜਾਣਾ ਆਉਣ ਵਾਲੇ ਸਮੇਂ ਵਿੱਚ ਪਤਾ ਨਹੀਂ ਮੈਂ ਵੀ ਤੁਹਾਡੇ ਵਿੱਚ ਸਰੀਰ ਕਰਕੇ ਹੋਵਾਂ ਕਿ ਨਾ ਹੋਵਾਂ। ਮਰਨ ਲਿਖਾਏ ਮੰਡਲ ਮੈਂ ਆਏ। ਅਸੀਂ ਮਰਨਾ ਲਿਖਾ ਕੇ ਇਸ ਦੁਨੀਆ ਦੇ ਵਿੱਚ ਆਏ ਹਾਂ। ਮੌਤ ਪਹਿਲਾਂ ਹੈ, ਪਤਾ ਨਹੀਂ ਲੱਗਦਾ ਕਿਹੜੇ ਵੇਲੇ ਬੰਦੇ ਦੀ ਆ ਜਾਣੀ ਹੈ। ਅਸੀਂ ਭਾਗਾਂ ਵਾਲੇ ਤਾਂ ਹਾਂ ਕਿ ਸਤਿਗੁਰੂ ਨੇ ਸਾਨੂੰ ਇਸ ਵਾਰ ਵੀ ਸਵਾਸੇ ਬਖਸ਼ਿਸ਼ ਕੀਤੇ ਤੇ ਉਹਨਾਂ ਸਵਾਸਿਆਂ ਨੂੰ ਸਫਲ ਕਰਨ ਵਾਸਤੇ ਆਪਣੀ ਗੋਦ ਵਿੱਚ ਸਾਨੂੰ ਸੱਦਾ ਦਿੱਤਾ। ਆਓ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਸੀਸ ਝੁਕਾਈਏ। ਬੇਨਤੀ ਕਰਦਾ, ਫਤਿਹ ਦੀ ਸਾਂਝ ਹਰ ਇੱਕ ਸੰਗਤ ਨੇ ਪਾਉਣ ਦਾ ਯਤਨ ਕਰਨਾ, ਚਾਹੇ ਉਹ ਨਿਰਵੈਰ ਟੀਵੀ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਰਹੇ ਹੋ, ਚਾਹੇ ਇੱਥੇ ਦੂਰ ਦਰੇਡੇ ਸੰਗਤਾਂ ਦੇਖ ਰਹੀਆਂ ਨੇ, ਕੋਈ ਸੇਵਾ ਕਰ ਰਿਹਾ ਗੁਰਮੁਖ ਪਿਆਰਾ, ਕੋਈ ਕਿਤੇ ਸੱਜਿਆ ਹੋਇਆ ਹੈ। ਆਵਾਜ਼ ਜਿੱਥੋਂ ਵੀ ਤੱਕ ਜਾਂਦੀ ਹੈ ਕੋਈ ਰਸਨਾ ਵਾਂਝੀ ਨਾ ਰਹਿ ਜਾਵੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਅਦਬ ਸਤਿਕਾਰ ਸਹਿ ਸੀਸ ਝੁਕਾਓ। ਪਿਆਰ ਸਤਿਕਾਰ ਨਾਲ ਦੋਨੋਂ ਹੱਥ ਜੋੜ ਕੇ ਇੱਕ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਲਾਈਵ ਰਾਹੀਂ
ਲਾਈਵ ਟੈਲੀਕਾਸਟ ਹੋ ਰਿਹਾ ਹੈ, ਦੇਸ਼ਾਂ ਵਿਦੇਸ਼ਾਂ ਵਿੱਚ ਜਾ ਰਿਹਾ। ਭਾਈ ਮਨਦੀਪ ਸਿੰਘ ਜੀ ਅੱਜ ਦੇ ਪ੍ਰੋਗਰਾਮ ਨਾਲ ਕਵਰ ਕਰ ਰਹੇ ਨੇ। ਇੱਕ ਵਾਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਮੈਨੂੰ ਬੜੇ ਸੂਝਵਾਨ ਪ੍ਰਬੰਧਕਾਂ ਨੇ ਇੱਕ ਵਿਸ਼ਾ ਦਿੱਤਾ ਹੈ ਤੇ ਵਿਸ਼ਾ ਹੈ ਵੱਡਾ ਘੱਲੂਘਾਰਾ। ਇਸ ਪ੍ਰਸੰਗ ਦੇ ਨਾਮ ਤੋਂ ਹੀ ਅੰਦਾਜ਼ਾ ਲੱਗ ਜਾਂਦਾ ਕਿ ਇਹ ਕਿੰਨਾ ਕੁ ਵੱਡਾ ਘੱਲੂਘਾਰਾ ਹੋਇਆ ਹੋਵੇਗਾ। ਜੇ ਮੈਂ ਇਸ ਘੱਲੂਘਾਰੇ ਨੂੰ ਬਿਲਕੁਲ ਤਰਤੀਬ ਦੇ ਨਾਲ ਕਹਿਣ ਲੱਗਾ, ਕੋਈ ਪਾਤਰ ਕੋਈ ਪੱਖ ਨਾ ਛੱਡਾਂ, ਮਿਨੀਮਮ ਤੇ ਮੈਕਸੀਮਮ ਮੈਨੂੰ 3 ਘੰਟੇ ਦਾ ਸਮਾਂ ਚਾਹੀਦਾ ਇਸ ਵਿਸ਼ੇ ਨੂੰ ਕਹਿਣ ਲਈ। ਮੇਰੇ ਕੋਲ 1 ਘੰਟੇ ਦਾ ਸਮਾਂ ਬਚਿਆ ਹੈ। ਮੈਂ ਯਤਨ ਕਰਨਾ ਉਸ ਵਿੱਚ ਇਸ ਪ੍ਰਸੰਗ ਦਾ ਰਿਜ਼ਲਟ ਕੱਢ ਕੇ ਆਪ ਸੰਗਤਾਂ ਸਾਹਮਣੇ ਰੱਖਣ ਦਾ ਯਤਨ ਕਰਾਂ। ਮੈਨੂੰ ਵੀਰ ਜੋਬਨ ਸਿੰਘ ਹੋਣਾ ਨੇ ਉਚੇਚੀ ਬੇਨਤੀ ਕੀਤੀ ਵੀ ਤੁਸੀਂ ਇਹ ਜਨਾਲੇ ਦੀ ਧਰਤੀ ਦੇ ਪ੍ਰਸੰਗ ਜਿਸ ਤਰ੍ਹਾਂ ਸੰਗਤਾਂ ਨਾਲ ਸਾਂਝਾ ਕੀਤਾ, ਜਿੱਥੋਂ ਤੁਸੀਂ ਆਰੰਭ ਕੀਤਾ ਤੇ ਜਿਸ ਤਰ੍ਹਾਂ ਸਮਾਪਤੀ ਕੀਤੀ, ਯਤਨ ਕਰਿਓ ਵੀ ਉਸੇ ਤਰ੍ਹਾਂ ਕਿਹਾ ਜਾਵੇ। ਮੈਂ ਧੰਨਵਾਦ ਕਰਦਾ ਗੁਰੂ ਕੀ ਸੰਗਤ ਦਾ, ਸਮੁੱਚੀ ਪੰਚਾਇਤ ਦਾ, ਨਗਰ ਨਿਵਾਸੀਆਂ ਦਾ, ਗੁਰੂ ਘਰ ਦੇ ਮੁੱਖ ਸੇਵਾਦਾਰਾਂ ਦਾ, ਵਜ਼ੀਰਾਂ ਦਾ, ਭਾਈ ਜੋਬਨ ਸਿੰਘ ਹੋਣਾ ਦਾ। ਦੀਵਾਨਾਂ ਤੇ ਅਸੀਂ ਅਕਸਰ ਜਾਂਦੇ ਹਾਂ, ਹਰ ਰੋਜ਼ ਦੀਵਾਨਾਂ ਤੇ ਜਾਈਦਾ, ਪ੍ਰਬੰਧਕ ਵੀ ਮਿਲਦੇ ਨੇ, ਸਾਰੇ ਸਤਿਕਾਰਯੋਗ ਨੇ। ਪਰ ਜਿਸ ਤਰ੍ਹਾਂ ਗੁਰੂ ਘਰ ਦੇ ਪ੍ਰਚਾਰਕਾਂ ਦਾ ਸਵਾਗਤ ਤੁਸੀਂ ਕਰਦੇ ਹੋ, ਸਿਰ ਝੁਕਦਾ ਤੁਹਾਡੇ ਅੱਗੇ। ਗੁਲਦਸਤੇ ਲੈ ਕੇ ਤੁਸੀਂ ਗੁਰੂ ਘਰ ਦੇ ਢਾਡੀ ਸਿੰਘਾਂ ਦਾ, ਗੁਰੂ ਘਰ ਦੇ ਕਥਾਵਾਚਕਾਂ ਦਾ ਅਗਲਵਾਂਢੀ ਸਤਿਕਾਰ ਕਰਦੇ ਹੋ। ਮੈਂ ਅਰਦਾਸ ਕਰਦਾ ਸਤਿਗੁਰੂ ਤੁਹਾਨੂੰ ਸਦਾ ਹੀ ਤੰਦਰੁਸਤੀ ਦੇ ਰੋਗਤਾ ਬਖਸ਼ੇ। ਆਓ, ਵਿਸ਼ਾ ਬੜਾ ਲੰਬੇਰਾ ਹੈ, ਆਪਣੀ ਸੁਰਤੀ ਨੂੰ ਕਾਗਰ ਕਰੋ ਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਧਰਮ ਦੀ ਆਰੰਭਤਾ ਕੀਤੀ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਉਦਾਸੀਆਂ ਆਰੰਭ ਕੀਤੀਆਂ ਸੁਲਤਾਨਪੁਰ ਲੋਧੀ ਧਰਤੀ ਤੋਂ, ਤੇ ਲਗਭਗ 1507 ਈਸਵੀ 1 ਅੱਸੂ ਨੂੰ ਗੁਰੂ ਨਾਨਕ ਮਹਾਰਾਜ ਸੁਲਤਾਨਪੁਰ ਲੋਧੀ ਧਰਤੀ ਤੋਂ ਤੁਰੇ। ਨੀਅਰ ਅਬਾਊਟ 56 ਲਗਭਗ 56 ਸ਼ਹਿਰਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਆਪਣੇ ਚਰਨਾਂ ਨਾਲ ਚੱਲ ਕੇ ਗਏ। ਗੁਰੂ ਨਾਨਕ ਮਹਾਰਾਜ ਸੁਲਤਾਨਪੁਰ ਲੋਧੀ ਧਰਤੀ ਤੋਂ ਤੁਰੇ। ਸਭ ਤੋਂ ਪਹਿਲਾਂ ਪਹੁੰਚੇ ਲਾਹੌਰ, ਲਾਹੌਰ ਤੋਂ ਰਾਏਪੁਰ ਦੀ ਤਲਵੰਡੀ, ਰਾਏਪੁਰ ਦੀ ਤਲਵੰਡੀ ਤੋਂ ਸੈਦਪੁਰ, ਸੈਦਪੁਰ ਤੋਂ ਹਰਿਦੁਆਰ, ਹਰਿਦੁਆਰ ਤੋਂ ਅਲਮੋੜਾ, ਅਲਮੋੜੇ ਤੋਂ ਗੋਰਖਮਤਾ, ਗੋਰਖਮਤੇ ਤੋਂ ਅਯੁੱਧਿਆ, ਅਯੁੱਧਿਆ ਤੋਂ ਪ੍ਰਯਾਗ, ਪ੍ਰਯਾਗ ਤੋਂ ਬਨਾਰਸ, ਬਨਾਰਸ ਤੋਂ ਗਿਆ, ਗਿਆ ਤੋਂ ਗੁਹਾਟੀ, ਗੁਹਾਟੀ ਤੋਂ ਮਣੀਪੁਰ ਦੇ ਰਤੇ ਸਿਲਟ, ਸਿਲਟ ਤੋਂ ਢਾਕਾ, ਢਾਕਾ ਤੋਂ ਨਦੀਆਂ, ਨਦੀਆਂ ਤੋਂ ਮੇਦਨੀਪੁਰ ਬੰਗਾਲ ਵਿੱਚ, ਮੇਦਨੀਪੁਰ ਤੋਂ ਪੁਰੀ, ਪੁਰੀ ਤੋਂ ਬੇਜਵਾੜਾ, ਬੇਜਵਾੜਾ ਤੋਂ ਗੰਤੂਰ, ਗੰਤੂਰ ਤੋਂ ਕੁੜਾਪਾ, ਕੁੜਾਪਾ ਤੋਂ ਰਮੇਸ਼ਵਰ, ਰਮੇਸ਼ਵਰ ਤੋਂ ਸਿੰਗਲਾਦੀਪ, ਸਿੰਗਲਾਦੀਪ ਤੋਂ ਕੋਚੀਨ, ਕੋਚੀਨ ਤੋਂ ਪਾਲਕਾੜ, ਪਾਲਕਾੜ ਤੋਂ ਨੀਲਗਿਰੀ, ਨੀਲਗਿਰੀ ਤੋਂ ਸ਼੍ਰੀ ਰੰਗਾਪਟਮ, ਸ਼੍ਰੀ ਰੰਗਾਪਟਮ ਤੋਂ ਮਲਕ ਰਾਜਨ ਮੰਦਰ, ਮਲਕ ਰਾਜਨ ਮੰਦਰ ਤੋਂ ਪਾਂਦਰਪੁਰ, ਪਾਂਦਰਪੁਰ ਤੋਂ ਬਾਰਸੀ, ਬਾਰਸੀ ਤੋਂ ਪੂਨਾ, ਪੂਨਾ ਤੋਂ ਨਾਸਿਕ, ਨਾਸਿਕ ਤੋਂ ਔਰੰਗਾਬਾਦ, ਔਰੰਗਾਬਾਦ ਤੋਂ ਓਮਕਾਰ ਮੰਦਰ, ਓਮਕਾਰ ਮੰਦਰ ਤੋਂ ਉਜੈਨ, ਉਜੈਨ ਤੋਂ ਬੜੌਦਾ, ਬੜੌਦਾ ਤੋਂ ਭਾਵਨਗਰ, ਭਾਵਨਗਰ ਤੋਂ ਪਾਲੀਟਾਨਾ, ਪਾਲੀਟਾਨਾ ਤੋਂ ਸੋਮਨਾਥ, ਸੋਮਨਾਥ ਤੋਂ ਦੁਆਰਕਾ, ਦੁਆਰਕਾ ਤੋਂ ਓਖਾ ਬੰਦਰ, ਓਖਾ ਬੰਦਰ ਤੋਂ ਮਾਂਡਵੀ ਬੰਦਰ, ਮਾਂਡਵੀ ਬੰਦਰ ਤੋਂ ਪੁੱਜ, ਪੁੱਜ ਤੋਂ ਅੰਜਾਰ, ਅੰਜਾਰ ਤੋਂ ਬੀਸਨਗਰ, ਬੀਸਨਗਰ ਤੋਂ ਆਬੂ, ਆਬੂ ਤੋਂ ਨਾਥ ਦੁਆਰਾ, ਨਾਥ ਦੁਆਰੇ ਤੋਂ ਚਤੌੜ, ਚਤੌੜ ਤੋਂ ਜਮੇਰ, ਜਮੇਰ ਤੋਂ ਪੁਸ਼ਕਰ, ਪੁਸ਼ਕਰ ਤੋਂ ਮਥਰਾ, ਮਥਰੇ ਤੋਂ ਦਿੱਲੀ, ਦਿੱਲੀ ਤੋਂ ਪਾਣੀਪਤ, ਪਾਣੀਪਤ ਤੋਂ ਪਿਹੋਆ, ਪਿਹੋਵੇ ਤੋਂ ਸਰਸਾ ਤੇ ਸਰਸੇ ਤੋਂ ਸੁਲਤਾਨਪੁਰ ਲੋਧੀ। ਗੁਰੂ ਨਾਨਕ ਪਾਤਸ਼ਾਹ ਆਏ। ਹੁਣ ਸਾਡੇ ਮਨਾਂ ਵਿੱਚ ਸਵਾਲ ਪੈਦਾ ਹੋ ਗਿਆ ਹੋਵੇਗਾ ਵੀ ਭਾਈ ਜੀ ਨੇ ਸ਼ਹਿਰ ਗਣਾਏ ਕਿਉਂ ਤੇ ਗੁਰੂ ਨਾਨਕ ਮਹਾਰਾਜ ਨੇ ਸਫ਼ਰ ਵਿੱਚ ਕੀਤਾ ਕੀ? ਭਾਈ ਸਾਹਿਬ ਭਾਈ ਗੁਰਦਾਸ ਦੀ ਇੱਕ ਪੰਕਤੀ ਦੀ ਮੋਹਰ ਲਾ ਕੇ ਗਾਂ ਚੱਲਾਂ। ਭਾਈ ਗੁਰਦਾਸ ਜੀ ਕਹਿੰਦੇ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਗੁਰੂ ਨਾਨਕ ਪਾਤਸ਼ਾਹ ਨੇ ਇਸ ਸਫ਼ਰ ਦੇ ਵਿੱਚ ਡੁੱਬੀ ਹੋਈ ਮਨੁੱਖਤਾ ਨੂੰ ਕਿਨਾਰਾ ਦਿਖਾਇਆ। ਵਾਹਿਦ ਦੁਨੀਆ ਦਾ ਐਸਾ ਸਿੱਖ ਧਰਮ ਹੀ ਧਰਮ ਹੈ ਜਿਹੜਾ ਧਰਮ ਕੀਰਤਨ ਦੀਆਂ ਧੁਨਾਂ ਤੋਂ ਆਰੰਭ ਹੋਇਆ ਤੇ 2 ਤਾਰੇ ਖੰਡੇ ਦੀ ਧਾਰ ਤੇ ਜਾ ਕੇ ਸੰਪੂਰਨ ਹੋਇਆ। ਇਹ ਕੀਰਤਨ ਦੀਆਂ ਧੁਨਾਂ ਤੋਂ ਆਰੰਭ ਹੋਇਆ ਸਿੱਖ ਧਰਮ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਦੀ ਧਾਰ ਤੇ ਉਹ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਅੰਮ੍ਰਿਤ ਛਕਾ ਕੇ ਤੇ ਇਸ ਪੰਥ ਨੂੰ ਸੰਪੂਰਨ ਕੀਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਵਕਤ ਆਇਆ ਬਾਬਾ ਬੰਦਾ ਸਿੰਘ ਬਹਾਦਰ ਦਾ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋ ਗਈ। ਇਹ ਤੋਂ ਬਾਅਦ ਪੰਥ ਦੀ ਅਗਵਾਈ ਸਤਿਕਾਰਯੋਗ ਜਥੇਦਾਰ ਸਰਦਾਰ ਦਰਬਾਰਾ ਸਿੰਘ ਕਰਨ ਲੱਗ ਪਏ। ਔਰ ਇਹ 10 ਸਾਲ ਦਾ ਪੀਰੀਅਡ ਸਿੱਖਾਂ ਦਾ ਕਿਵੇਂ ਲੰਘਿਆ? ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਇਹ 10 ਸਾਲ ਦਾ ਪੀਰੀਅਡ ਕਿਵੇਂ ਲੰਘਿਆ, ਇਸ ਬਾਰੇ ਇਤਿਹਾਸ ਕਾਫੀ ਖਾਮੋਸ਼ ਹੈ। ਪਰ ਜਦੋਂ 1726 ਦੇ ਵਿੱਚ ਭਾਈ ਸਾਹਿਬ ਭਾਈ ਤਾਰਾ ਸਿੰਘ ਵਾਂ ਵਾਲਿਆਂ ਦੀ ਸ਼ਹਾਦਤ ਹੋਈ, ਸਿੱਖ ਫੇਰ ਭੜਕ ਉੱਠੇ। ਸਿੱਖਾਂ ਦੀ ਆਤਮਾ ਵਲੂੰਦਰੀ ਗਈ, ਸਿੱਖ ਕੌਮ ਫੇਰ ਇਕੱਠੀ ਹੋਈ ਤੇ ਕਦੇ
ਇਹ ਸਿੱਖਾਂ ਨੂੰ ਦਬਾਉਣ ਵਾਸਤੇ ਇਹਨਾਂ ਦੇ ਨਾਲ ਇੱਕ ਸੁਲ੍ਹਾ ਕੀਤੀ ਗਈ। ਲਾਹੌਰ ਵੱਲੋਂ ਇੱਕ ਜਗੀਰ ਭੇਜੀ ਗਈ, ਨਵਾਬੀ ਭੇਜੀ ਗਈ। ਅਕਾਲ ਤਖਤ ਸਾਹਿਬ ਤੇ ਜਥੇਦਾਰ ਬੈਠੇ ਹੋਏ ਨੇ ਤੇ ਸਵਾਲ ਉੱਠਿਆ ਵੀ ਜਿਹੜੀ ਜ਼ਕਰੀਆ ਖਾਨ ਵੱਲੋਂ ਨਵਾਬੀ ਭੇਜੀ ਗਈ ਹੈ, ਇਹ ਨਵਾਬੀ ਦਿੱਤੀ ਕਿਸ ਨੂੰ ਜਾਵੇ? ਮੁਆਫ ਕਰਿਓ, ਅੱਜ ਇੱਕ ਮਰੇ ਤੇ 50 ਨਵਾਬੀਆਂ ਲੈਣ ਨੂੰ ਤਿਆਰ ਬੈਠੇ ਨੇ। ਆ ਸਮਾਂ ਹੀ ਹੁਣ ਇਹੋ ਜਿਹਾ ਚੱਲ ਰਿਹਾ ਵੀ ਨਵਾਬੀਆਂ ਦਾ ਜ਼ੋਰ ਚੱਲ ਰਿਹਾ ਹੈ, ਹਰ ਉੱਤੇ ਦੂਸ਼ਣਬਾਜ਼ੀ ਲਾਈ ਜਾ ਰਹੀ ਹੈ। ਖੈਰ, ਪਰ ਉਸ ਵਕਤ ਨਵਾਬੀ ਲੈਣ ਨੂੰ ਕੋਈ ਤਿਆਰ ਨਹੀਂ, ਜਾਂ ਫਿਰ ਨੌਗਾ ਕਿਸ ਦਾ ਪਿਆ? ਇਹ ਹੈ ਸਤਿਕਾਰਯੋਗ ਸਰਦਾਰ ਕਪੂਰ ਸਿੰਘ। ਫੈਜ਼ਲਪੁਰ ਮੇਰੇ ਲਾਗੇ ਇੱਕ ਨਗਰ ਹੈ, ਉਹ ਫੈਜ਼ਲ ਖਾਨ ਦਾ ਨਾਂ ਤੇ ਵਸੇ ਹੋਇਆ ਫੈਜ਼ਲਪੁਰ, ਜਿਹਦਾ ਬਾਅਦ ਵਿੱਚ ਨਾਮ ਬਦਲ ਕੇ ਸਿੰਘਪੁਰ, ਕਿਉਂਕਿ ਸਰਦਾਰ ਕਪੂਰ ਸਿੰਘ ਨੇ ਇਸ ਨੂੰ ਫਤਿਹ ਕੀਤਾ, ਇਹਦਾ ਨਾਮ ਸਿੰਘਪੁਰਾ ਪੈ ਗਿਆ। ਸਰਦਾਰ ਕਪੂਰ ਸਿੰਘ ਸੇਵਾ ਕਰ ਰਿਹਾ, ਸੰਗਤਾਂ ਵਿੱਚ ਪੱਖਾ ਚੱਲ ਰਿਹਾ ਹੈ। ਕੌਮ ਦੇ ਜਥੇਦਾਰਾਂ ਨੇ ਆਖਿਆ, ਕਪੂਰ ਸਿੰਘ ਜੀ, ਪੰਥ ਨੇ ਫੈਸਲਾ ਕੀਤਾ ਕਿ ਨਵਾਬੀ ਤੁਹਾਨੂੰ ਦਿੱਤੀ ਜਾਵੇਗੀ। ਸਰਦਾਰ ਕਪੂਰ ਸਿੰਘ ਨੇ ਆਖਿਆ, ਮੈਂ ਇਸ ਯੋਗ ਨਹੀਂ, ਮੈਨੂੰ ਨਾਲੇ ਨਵਾਬੀ ਚਾਹੀਦੀ ਵੀ ਨਹੀਂ, ਕਿਉਂਕਿ ਲਾਹੌਰ ਵੱਲੋਂ ਭੇਜੀ ਗਈ ਹੈ, ਮੈਨੂੰ ਇਸ ਨਵਾਬੀ ਦੀ ਪਰਵਾਹ ਕੋਈ ਨਹੀਂ, ਪਰ ਪੰਥ ਨੇ ਫੈਸਲਾ ਕਰਕੇ ਹੁਕਮ ਸੁਣਾ ਦਿੱਤਾ ਕਪੂਰ ਸਿੰਘ ਜੀ, ਹੁਣ ਇਹ ਨਵਾਬੀ ਕੇਵਲ ਤਾਂ ਕੇਵਲ ਤੁਹਾਨੂੰ ਮਿਲੇਗੀ। ਸਰਦਾਰ ਕਪੂਰ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗੇ, ਮੇਰੀ ਵੀ ਇੱਕ ਬੇਨਤੀ ਹੈ, ਮੈਂ ਨਵਾਬੀ ਤਾਂ ਐਕਸੈਪਟ ਕਰਾਂਗਾ, ਇਹ ਸਵੀਕਾਰ ਤਾਂ ਕਰਾਂਗਾ ਜੇ ਇਸ ਤੋਂ ਬਾਅਦ ਮੇਰੇ ਕੋਲੋਂ ਘੋੜਿਆਂ ਦੀ ਲਿੱਦ ਸੁੱਟਣ ਦੀ ਸੇਵਾ, ਸੰਗਤਾਂ ਨੂੰ ਪੱਖਾ ਚੱਲਣ ਦੀ ਸੇਵਾ ਨਹੀਂ ਖੋਈ ਜਾਣੀ। ਤੇ ਵੇਖੋ, ਨਵਾਬ ਬਣ ਕੇ ਵੀ ਮਨ ਦੀ ਭਾਵਨਾ ਕੀ ਹੈ ਕਿ ਮੈਂ ਗੁਰੂ ਘਰ ਦੇ ਸਿੱਖਾਂ ਦੇ ਘੋੜਿਆਂ ਦੀ ਲਿੱਦ ਸੁੱਟਣੀ ਹੈ, ਤੇ ਗੁਰੂ ਨਾਨਕ ਦੀ ਸੰਗਤ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਆ ਬਾਬੇ ਨਾਨਕ ਦੀ ਸੰਗਤ ਦੇ ਉੱਤੇ ਮੈਂ ਪੱਖਾ ਵੀ ਚੱਲਣਾ ਹੈ। ਆਖਿਰਕਾਰ ਕੋਈ ਸਮਾਂ ਐਸਾ ਆਇਆ ਜਦੋਂ ਲਾਹੌਰ ਨੇ ਦਿੱਤੀ ਹੋਈ ਜਗੀਰ ਵਾਪਸ ਖੋਹ ਲਈ। ਸਿੱਖ ਫੇਰ ਭੜਕ ਉੱਠੇ, ਇਹਨਾਂ ਛੋਟੇ ਛੋਟੇ ਜਥਿਆਂ ਵਿੱਚ ਆਪਣੇ ਆਪ ਨੂੰ ਵੰਡ ਕੇ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਉਧਰੋਂ ਵਕਤ ਆ ਗਿਆ ਸਨ 1739 ਦਾ, ਜਦੋਂ ਨਾਦਰ ਸ਼ਾਹ ਨੇ ਭਾਰਤ ਦੀ ਧਰਤੀ ਤੇ ਹਮਲਾ ਕੀਤਾ। ਨਾਦਰ ਸ਼ਾਹ ਦੇ ਨਾਲ ਇੱਕ 15-16 ਸਾਲ ਦਾ ਨੌਜਵਾਨ ਲੜਕਾ ਆਇਆ, ਜਿਹਦਾ ਨਾਮ ਸੀ ਅਹਿਮਦ ਖਾਨ। ਇਹ ਅਹਿਮਦ ਖਾਨ ਕੌਣ ਹੈ? ਆ ਤੁਸੀਂ ਅਹਿਮਦ ਸ਼ਾਹ ਅਬਦਾਲੀ ਬਾਰੇ ਬੜਾ ਸੁਣਿਆ ਹੋਵੇਗਾ, ਪਰ ਮੈਂ ਕੁਝ ਨਵਾਂਪਣ ਤੁਹਾਡੇ ਵਾਸਤੇ ਕਹਿਣ ਲੱਗਾ। ਮੈਂ ਹੋਰ ਵੀ ਬੇਨਤੀ ਕਰ ਦਵਾਂ, ਮੇਰੇ ਹੀ ਸੰਪਰਦਾ ਦੀ ਮੈਨੂੰ ਹਦਾਇਤ ਹੈ ਵੀ ਕੋਈ ਵੀ ਗੱਲ ਸਟੇਜ ਤੇ ਵਿਦਆਊਟ ਐਵੀਡੈਂਸ ਨਾ ਕੀਤੀ ਜਾਵੇ, ਬਿਨਾਂ ਪ੍ਰੂਫ ਕੋਈ ਗੱਲ ਸਟੇਜ ਤੇ ਨਾ ਕਰੋ। ਜੇ ਤੁਹਾਡੇ ਕੋਲ ਉਸ ਗੱਲ ਦਾ ਸਬੂਤ ਨਾ ਹੋਇਆ ਤੇ ਤੁਸੀਂ ਸੰਗਤ ਨੂੰ ਜਵਾਬ ਨਹੀਂ ਦੇ ਸਕੋਗੇ। ਇਸ ਗੱਲ ਦਾ ਮੈਂ ਤੁਹਾਨੂੰ ਪ੍ਰੂਫ ਦਵਾਂਗਾ, ਤੁਸੀਂ ਪੁੱਛਣਾ ਹੈ ਤੇ ਸਟੇਜ ਤੋਂ ਬਾਅਦ ਮੇਰੇ ਨਾਲ ਸਾਂਝ ਪਾ ਲੈਣੀ ਕਿ ਅਹਿਮਦ ਸ਼ਾਹ ਅਬਦਾਲੀ ਦਾ ਪਿਛੋਕੜ ਕੀ ਹੈ। ਯਹੂਦੀ ਪਰਿਵਾਰ ਦੇ ਵਿੱਚ ਇੱਕ ਮੁਖੀ ਹੋਇਆ, ਜਿਹਦਾ ਨਾਮ ਸੀ ਕੀਸ। ਕੀਸ ਨੇ ਇਸਲਾਮ ਧਰਮ ਕਬੂਲ ਕਰ ਲਿਆ ਮੁਹੰਮਦ ਸਾਹਿਬ ਦੀ ਸ਼ਰਨ ਵਿੱਚ ਜਾ ਕੇ, ਤੇ ਕੀ ਦਾ ਨਾਮ ਬਦਲ ਕੇ ਅਬਦੁਲ ਰਸ਼ੀਦ ਪੈ ਗਿਆ। ਅਬਦੁਲ ਰਸ਼ੀਦ ਦੀ 5ਵੀਂ ਪੀੜ੍ਹੀ ਵਿੱਚ ਇੱਕ ਬੱਚਾ ਪੈਦਾ ਹੋਇਆ, ਜਿਸ ਨੇ ਚਿਸ਼ਤੀ ਬਲਾਲ ਖਵਾਜਾ ਅਬੂ ਅਹਿਮਦ ਅਲੀ ਦੀ ਸੇਵਾ ਕੀਤੀ, ਤੇ ਉਹਦਾ ਨਾਮ ਅਬਦਾਲ ਪੈ ਗਿਆ ਜਾਂ ਰਦੌਲ ਪੈ ਗਿਆ। ਹੁਣ ਤੁਹਾਡੀ ਸਮਝ ਪੈ ਗਿਆ ਹੋਵੇਗਾ ਮੈਂ ਕਿਸ ਦੀ ਗੱਲ ਕਰਨੀ ਚਾਹੁੰਦਾ ਹਾਂ। ਇਸ ਅਬਦਾਲ ਦੀ ਅਗਲੀ ਗਾਂ ਜਾ ਕੇ ਪੀੜ੍ਹੀ ਵਿੱਚ ਔਰ ਕੀ ਦੀ 16ਵੀਂ ਪੀੜ੍ਹੀ ਵਿੱਚ ਇੱਕ ਬੱਚਾ ਪੈਦਾ ਹੋਇਆ, ਜਿਹਦਾ ਨਾਮ ਪਰਿਵਾਰ ਨੇ ਰੱਖਿਆ ਅਸਦੁੱਲਾ। ਉਹਦਾ ਛੋਟਾ ਨਾਮ ਪੈ ਗਿਆ ਸੱਦੋ, ਤੇ ਸੱਦੋ ਤੋਂ ਪ੍ਰਚਲਿਤ ਹੋ ਗਿਆ ਸੱਦੋਜ਼ਈ ਖਾਨਦਾਨ। ਜਿਵੇਂ ਬਾਰਕਜ਼ਈ ਖਾਨਦਾਨ ਹੈ, ਇਦਾਂ ਸੱਦੋਜ਼ਈ ਖਾਨਦਾਨ ਵੀ ਪ੍ਰਚਲਿਤ ਹੋ ਗਿਆ। ਕੀ ਦੀ 22ਵੀਂ ਪੀੜ੍ਹੀ ਦੇ ਵਿੱਚ ਇੱਕ ਬੱਚਾ ਪੈਦਾ ਹੋਇਆ, ਜਿਹਦਾ ਨਾਮ ਅਹਿਮਦ ਖਾਨ ਰੱਖਿਆ ਗਿਆ। ਇਹ ਉਹੀ ਅਹਿਮਦ ਖਾਨ ਹੈ ਜਿਹੜਾ ਬਾਅਦ ਵਿੱਚ ਅਹਿਮਦ ਸ਼ਾਹ ਅਬਦਾਲੀ, ਅਹਿਮਦ ਸ਼ਾਹ ਦੁਰਾਨੀ ਬਣਦਾ ਹੈ। ਇਹ ਅਹਿਮਦ ਸ਼ਾਹ ਅਬਦਾਲੀ 16 ਸਾਲ ਦੀ ਉਮਰ ਦੇ ਵਿੱਚ ਹਿੰਦੁਸਤਾਨ ਦੀ ਧਰਤੀ ਉੱਤੇ ਨਾਦਰ ਸ਼ਾਹ ਦੇ ਨਾਲ ਆਇਆ। ਮੇਰੀ ਫੌਜ ਨੂੰ ਲੁੱਟ ਲਿਆ, ਜਿਹੜੀਆਂ ਭਾਰਤ ਦੀਆਂ ਔਰਤਾਂ ਬਣ ਕੇ ਮੈਂ ਗਜ਼ਨੀ ਦੇ ਬਾਜ਼ਾਰਾਂ ਵਿੱਚ ਜਾ ਕੇ 2-2 ਟਕੇ ਦੇ ਵੇਚਣੀਆਂ ਸੀ, ਇਹ ਜਿਨ੍ਹਾਂ ਨੇ ਖੋਹ ਲਈਆਂ, ਇਹਨਾਂ ਬਾਰੇ ਦੱਸ। ਜ਼ਕਰੀਆ ਖਾਨ ਨੇ ਆਖਿਆ, ਖਾਨ ਸਾਹਿਬ, ਇਹ ਸਿੱਖ ਕੌਮ ਹੈ, ਇਹਨਾਂ ਦਾ ਵੱਡਾ ਗੁਰੂ ਗੋਬਿੰਦ ਸਿੰਘ ਮਹਾਰਾਜ ਹੋਇਆ, ਉਹਨਾਂ ਨੇ ਇੱਕ ਇਹਨਾਂ ਨੂੰ ਆਬੇ ਹਯਾਤ ਪਿਆਇਆ ਏ। ਇਹ ਜੰਗਲਾਂ ਵਿੱਚ ਰਹਿੰਦੇ ਨੇ, ਜੰਗਲਾਂ ਦੇ ਪੱਤਰ ਲਾ ਕੇ ਖਾ ਲੈਂਦੇ ਨੇ, ਘੋੜਿਆਂ ਦੀਆਂ ਕਾਠੀਆਂ ਨੂੰ ਸਰਾਣਾ ਬਣਾ ਕੇ ਸੌਂ ਜਾਂਦੇ ਨੇ। ਨਾਦਰ ਸ਼ਾਹ ਨੇ ਆਖਿਆ, ਜ਼ਕਰੀਆ ਖਾਨ, ਜੇ ਸੱਚਮੁੱਚ ਇਹੋ ਜਿਹੇ ਨੇ, ਫਿਰ ਉਹ ਦਿਨ ਦੂਰ ਨਹੀਂ ਜਦੋਂ ਇਹ ਪੰਜਾਬ ਦੇ ਬਾਦਸ਼ਾਹ ਬਣ ਜਾਣਗੇ। ਨਾਦਰ ਸ਼ਾਹ ਦੀ ਭਵਿੱਖਬਾਣੀ ਸ਼ਾਇਦ ਠੀਕ ਹੀ ਹੋਈ। ਜ਼ਕਰੀਆ ਖਾਨ ਨੂੰ ਅੱਗ ਲੱਗ ਉੱਠੀ, ਉਹਨੇ ਪੰਜਾਬ ਉੱਤੇ ਕਾਬੂ ਪਾਉਣ ਦਾ ਬੜਾ ਯਤਨ ਕੀਤਾ। ਕਦੀ ਭਾਈ ਮਣੀ ਸਿੰਘ ਦੇ ਬੰਦ ਕੱਟੇ, ਕਦੇ ਭਾਈ ਤਾਰੂ ਸਿੰਘ ਦੇ ਖੋਪਰ ਲਵਾਏ। ਇਤਆਦਕ ਸਮਾਂ ਫੇਰ ਆਪਣੀ ਚਾਲੇ ਚੱਲਿਆ। ਜਾਂ ਸਨ 1739
19-20 ਫਰਵਰੀ ਦੀ ਰਾਤ ਨੂੰ ਨਾਦਰ ਸ਼ਾਹ ਆਪਣੇ ਬੰਦਿਆਂ ਹੱਥੋਂ ਕਤਲ ਹੋ ਗਿਆ। ਇਸ ਤੋਂ ਬਾਅਦ ਅਗਲੇ ਦਿਨ ਦੇ ਚੜ੍ਹਾਅ ਦੇ ਨਾਲ ਅਹਿਮਦ ਸ਼ਾਹ ਅਬਦਾਲੀ ਨੇ ਆਪਣੀ 4000 ਅਫਗਾਨ ਫੌਜ ਲੈ ਕੇ ਨਾਦਰ ਸ਼ਾਹ ਦੀ ਈਰਾਨੀ ਫੌਜ ਉੱਤੇ ਅਟੈਕ ਕੀਤਾ। ਇੱਕ ਨਾਦਰ ਸ਼ਾਹ ਦੀ ਅੰਗੂਠੀ ਆਪਣੇ ਉਂਗਲ ਵਿੱਚ ਪਾ ਲਈ, ਇੱਕ ਉਹਦਾ ਕੋਹ ਨੂਰ ਜਿਹੜਾ ਮੋਢੇ ਨਾਲ ਬੱਝਾ ਹੋਇਆ ਹੀਰਾ ਉਹ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਮੋਢੇ ਨਾਲ ਬੰਨ ਲਿਆ। ਔਰ ਸਨ 1747 ਦੇ ਵਿੱਚ ਇਸ ਨੇ ਭਾਰਤ ਉੱਤੇ ਪਹਿਲਾ ਹਮਲਾ ਕੀਤਾ। ਪਹਿਲਾ ਹਮਲਾ ਕਰਕੇ ਇੱਥੇ ਆਪਣੇ ਸੂਬੇਦਾਰ ਥਾਪ ਕੇ ਚਲਾ ਗਿਆ, ਆਪ ਤੇ ਵਾਪਸ ਮੁੜ ਗਿਆ, ਪਰ ਸੂਬੇਦਾਰਾਂ ਨੂੰ ਸਿੰਘਾਂ ਨੇ ਲੋਹੇ ਦੇ ਚਣੇ ਚਬਾ ਦਿੱਤੇ। ਪਤਾ ਲੱਗਾ ਅਹਿਮਦ ਸ਼ਾਹ ਅਬਦਾਲੀ ਨੂੰ ਮੇਰੇ ਥਾਪੇ ਹੋਏ ਸੂਬੇਦਾਰ ਸਿੰਘਾਂ ਨੇ ਚੁਣ ਚੁਣ ਕੇ ਖਤਮ ਕਰ ਦਿੱਤੇ ਨੇ। ਉਹ ਕਾਬਲ ਦੀ ਧਰਤੀ ਤੇ ਬੈਠਾ ਹੋਇਆ, ਰੱਖ ਕੇ ਤਲਵਾਰ ਦੇ ਮੁੱਠੇ ਦੇ ਹੱਥ ਪਾ ਕੇ ਮੱਥੇ ਦੇ ਤਿਉੜੀ ਆਪਣੀਆਂ ਫੌਜਾਂ ਨੂੰ ਮੰਗਾਰ ਕੇ ਭਾਰਤ ਉੱਤੇ ਕਿਹੜਾ ਹਮਲਾ ਕਰਨਾ ਚਾਹੁੰਦਾ ਹੈ। ਮੈਂ ਉਹਦੇ ਹਮਲਿਆਂ ਦਾ ਬਾਅਦ ਵਿੱਚ ਜ਼ਿਕਰ ਕਰਨ ਦਾ ਯਤਨ ਕਰਾਂਗਾ, ਕਿਉਂਕਿ ਪਾਣੀਪਤ ਦੀ ਜੰਗ ਤੋਂ ਬਾਅਦ ਇਹ ਜਿਹੜਾ 6ਵਾਂ ਹਮਲਾ ਸੀ ਇਹ ਸਿੱਖਾਂ ਦੇ ਉੱਤੇ ਸੀ। ਪਾਣੀਪਤ ਦੀ ਜੰਗ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਜਿਹੜੇ ਸੂਬੇਦਾਰ ਥਾਪ ਕੇ ਗਿਆ ਸੀ, ਸਿੰਘਾਂ ਚੁਣ ਚੁਣ ਕੇ ਖਤਮ ਕੀਤੇ। ਔਰ ਪਾਣੀਪਤ ਦੇ ਘੱਲੂ ਘਾਰੇ ਤੋਂ ਬਾਅਦ, ਪਾਣੀਪਤ ਦੀ ਜੰਗ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੂੰ ਖਬਰਾਂ ਮਿਲੀਆਂ, ਉਹ ਕਾਬਲ ਕੰਧਾਰ ਦੀ ਧਰਤੀ ਤੋਂ ਲਾ ਕੇ ਨਗਾਰਿਆਂ ਤੇ ਚੋਟਾਂ ਪੰਜਾਬ ਵੱਲ ਕਿਵੇਂ ਆਉਣਾ ਚਾਹੁੰਦਾ ਹੈ। ਆਪਣੇ ਮੂੰਹ ਦੇ ਵਿੱਚੋਂ ਆਪਣੀ ਕੌਮ ਨੂੰ, ਆਪਣੇ ਜਰਨੈਲਾਂ ਨੂੰ ਜਿਵੇਂ ਵੰਗਾਰ ਕੇ ਇੱਕ ਸੰਦੇਸ਼ ਦੇ ਰਿਹਾ ਹੈ। ਉਸ ਵੇਲੇ ਦਾ ਸੀਨ ਮਨਵੀਰ ਸਿੰਘ ਬੀਏ ਪਉਵਿੰਡ ਦਾ ਢਾਡੀ ਥਾਣਾ ਸ਼ਬਦਾਂ ਵਿੱਚ ਇਉਂ ਬਿਆਨ ਕਰਦੇ। ਗੁੱਸੇ ਵਿੱਚ ਸ਼ਾਹ ਕਾਬਲੀ ਕਰ ਖੜੀਆਂ ਬਾਵਾਂ, ਗੁੱਸੇ ਵਿੱਚ ਸ਼ਾਹ ਕਾਬਲੀ ਕਰ ਖੜੀਆਂ ਬਾਵਾਂ। ਹੋ ਗੁੱਸੇ ਵਿੱਚ ਸ਼ਾਹ ਕਾਬਲੀ ਕਰ ਖੜੀਆਂ ਬਾਵਾਂ, ਗੁੱਸੇ ਵਿੱਚ ਸ਼ਾਹ ਕਾਬਲੀ ਕਰ ਖੜੀਆਂ ਬਾਵਾਂ, ਗੁੱਸੇ ਵਿੱਚ ਸ਼ਾਹ ਕਾਬਲੀ ਕਰ ਖੜੀਆਂ ਬਾਵਾਂ। ਉਹ ਕਹਿੰਦਾ ਕਸਮ ਰਸੂਲ ਦੀ 100 ਜੁੜੀ ਚ ਖਾਵਾਂ, ਕਹਿੰਦਾ ਕਸਮ ਰਸੂਲ ਦੀ 100 ਜੁੜੀ ਚ ਖਾਵਾਂ। ਹੋ ਕਹਿੰਦਾ ਰਸਮ ਰਸੂਲ ਦੀ 100 ਜੁੜੀ ਚ ਖਾਵਾਂ, ਕਹਿੰਦਾ ਕਸਮ ਰਸੂਲ ਦੀ 100 ਜੁੜੀ ਚ ਖਾਵਾਂ। ਮੈਂ ਲੁੱਟਾਂ ਦੇਸ਼ ਪੰਜਾਬ ਨੂੰ ਅੱਗ ਕਰ ਕਰ ਲਾਵਾਂ, ਲੁੱਟਾਂ ਦੇਸ਼ ਪੰਜਾਬ ਨੂੰ ਅੱਗ ਕਰ ਕਰ ਲਾਵਾਂ, ਲੁੱਟਾਂ ਦੇਸ਼ ਪੰਜਾਬ ਨੂੰ ਅੱਗ ਕਰ ਕਰ ਲਾਵਾਂ। ਹੋ ਲੁੱਟਾਂ ਦੇਸ਼ ਪੰਜਾਬ ਨੂੰ ਅੱਗ ਕਰ ਕਰ ਲਾਵਾਂ, ਲੁੱਟਾਂ ਦੇਸ਼ ਪੰਜਾਬ ਨੂੰ ਅੱਗ ਕਰ ਕਰ ਲਾਵਾਂ। ਮੈਂ ਚੁਣ ਚੁਣ ਮਾਰਾਂ ਯੋਧਿਆਂ,
ਮੈਂ ਚੁਣ ਚੁਣ ਮਾਰਾਂ ਯੋਧਿਆਂ ਯੋਧਿਆਂ ਨੱਥ ਸ਼ੇਰਾਂ ਪਾਵਾਂ ਚੁਣ ਚੁਣ ਮਾਰਾਂ ਯੋਧਿਆਂ ਨੱਥ ਸ਼ੇਰਾਂ ਪਾਵਾਂ ਚੁਣ ਚੁਣ ਮਾਰਾਂ ਜੋਧਿਆਂ ਨੱਥ ਸ਼ੇਰਾਂ ਪਾਵਾਂ ਚੁਣ ਚੁਣ ਮਾਰਾਂ ਜੋਧਿਆਂ ਨੱਥ ਸ਼ੇਰਾਂ ਪਾਵਾਂ ਮੈਂ ਸਾੜਾ ਨਗਰੀ ਗੁਰਾਂ ਦੀ ਤੇ ਖਾ ਕੇ ਉਡਾਵਾਂ 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 ਮੈਂ ਕੁੱਪੇ ਦਬ ਬਰੂਦ ਦੇ ਹਰ ਮੰਦਰ ਟਾਵਾਂ ਮੈਂ ਕੁੱਪੇ ਦੱਬ ਬਰੂਦ ਦੇ ਹਰ ਮੰਦਰ ਟਾਵਾਂ 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 ਮੈਂ ਨਾਮ ਨਿਸ਼ਾਨ ਨਾ ਸਿੱਖਦਾ 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 ਨਾਮ ਨਿਸ਼ਾਨ ਨਾ ਸਿੱਖਦਾ ਹਿੰਦ ਵਿੱਚੋਂ ਮਟਾਵਾਂ ਜੇ ਨਾਮ ਨਿਸ਼ਾਨ ਨਾ ਸਿੱਖਦਾ ਹਿੰਦ ਵਿੱਚੋਂ ਮਟਾਵਾਂ ਨਾਮ ਨਿਸ਼ਾਨ ਨਾ ਸਿੱਖਦਾ ਹਿੰਦ ਵਿੱਚੋਂ ਮਟਾਵਾਂ ਨਾਮ ਨਿਸ਼ਾਨ ਨਾ ਸਿੱਖਦਾ ਹਿੰਦ ਵਿੱਚੋਂ ਮਟਾਵਾਂ ਤਾਂ ਕਾਫਰ ਹੋ ਕੇ ਮਰਾਂ ਮੈਂ ਦੋਜ਼ਖ ਵਿੱਚ ਜਾਵਾਂ 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 ਦੋਜ਼ਖ ਵਿੱਚ ਜਾਵਾਂ ਦੋਜ਼ਖ ਵਿੱਚ ਜਾਵਾਂ ਗੁੱਸੇ ਵਿੱਚ ਸ਼ਾਹ ਕਾਬਲੀ ਕਰ ਖੜੀਆਂ ਬਾਹਾਂ ਕਹਿੰਦਾ ਕਸਮ ਰਸੂਲ ਦੀ 100 ਜੁੜੀ ਚ ਖਾਵਾਂ ਮੈਂ ਲੁੱਟਾਂ ਦੇਸ਼ ਪੰਜਾਬ ਦਾ ਅੱਗ ਘਰ ਘਰ ਲਾਵਾਂ ਮੈਂ ਜੋਲੇ ਹਿੰਦੀ ਸੂਰਮੇ ਬਲ ਕਿਸ ਦੀਆਂ ਬਾਹਾਂ ਜੇ ਨਾਮ ਨਿਸ਼ਾਨ ਨਾ ਸਿੱਖ ਦਾ ਹਿੰਦ ਵਿੱਚੋਂ ਮਟਾਵਾਂ ਤਾਂ ਕਾਫਰ ਹੋ ਕੇ ਮਰਾਂ ਮੈਂ ਦੋਜ਼ਖ ਵਿੱਚ ਜਾਵਾਂ ਅਹਿਮਦ ਸ਼ਾਹ ਅਬਦਾਲੀ ਨੇ ਇੱਕ ਤਹਈਆ ਕਰ ਲਿਆ ਉਹਦੇ ਮਨ ਵਿੱਚ ਇੱਕ ਬੜਾ ਵੱਡਾ ਭੁਲੇਖਾ ਸੀ ਮੈਂ ਤੁਹਾਡੇ ਨਾਲ ਇੱਕ ਕਹਾਵਤ ਸਾਡੇ ਵਿੱਚ ਬੜੀ ਪ੍ਰਚਲਿਤ ਹੋ ਗਈ ਉਹਨੂੰ ਗਲਤ ਸਿੱਧ ਕਰਨ ਲੱਗਾ ਹਾਂ ਅਸੀਂ ਆਮ ਹੀ ਮੈਂ ਤੇ ਹੁਣ ਤਾਂ ਇੱਥੋਂ ਤੱਕ ਵੇਖ ਲਿਆ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਇਸ਼ਤਿਹਾਰੇ ਛਪ ਕੇ ਲੱਗਣ ਲੱਗ ਪਿਆ ਜਿਸ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਉਹ 153 ਦਿਨਾਂ ਵਿੱਚ ਮਾਰਿਆ ਗਿਆ ਆਮ ਇਹ ਗੱਲ ਪ੍ਰਚਲਿਤ ਹੋ ਗਈ ਜੋ ਕਿ 100% ਝੂਠ ਹੈ ਹੁਣ ਤੁਸੀਂ ਪੁੱਛੋਗੇ ਵੀ ਤੁਸੀਂ ਕਿਹੜੇ ਬਿਹੇਵ ਤੇ ਕਹਿ ਸਕਦੇ ਹੋ ਗੱਲ ਗਲਤ ਹੈ ਮੈਂ ਤੁਹਾਡੇ ਨਾਲ ਸਾਂਝ ਪਾਉਣ ਲੱਗਾ ਵੀ ਜਿਸ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਨਾ ਉਹ 153 ਦਿਨਾਂ ਵਿੱਚ ਨਹੀਂ ਮਾਰਿਆ ਗਿਆ ਖਾਸ ਕਰਕੇ ਅਹਿਮਦ ਸ਼ਾਹ ਅਬਦਾਲੀ ਸੰਗਤ ਬੜੀ ਸਿਆਣੀ ਹੈ ਅੱਜ ਕੱਲ ਨੈਟ ਦੇ ਉੱਤੇ ਸਾਰਾ ਕੁਝ ਮਿਲ ਜਾਂਦਾ ਕਈ ਪਿਆਰੇ ਤੇ ਸੰਗਤ ਵਿੱਚ ਬੈਠੇ ਮੋਬਾਈਲ ਤੇ ਸਰਚ ਮਾਰ ਲੱਗ ਪੈਂਦੇ ਵੀ ਭਾਈ ਗਲਤ ਤੇ ਨਹੀਂ ਬੋਲ ਰਿਹਾ ਸਟੇਜ ਤੇ ਮੈਂ ਤੁਹਾਨੂੰ ਬੇਨਤੀ ਕਰ ਲੱਗਾ ਅਹਿਮਦ ਸ਼ਾਹ ਅਬਦਾਲੀ ਦਾ ਜਨਮ ਹੋਇਆ ਅਕਤੂਬਰ ਮਹੀਨੇ 1722 ਈਸਵੀ ਦੇ ਵਿੱਚ ਆ ਕ੍ਰੋਨੋਗ੍ਰਾਫਿਕ ਫੇਸ ਮੈਂ ਤਰੀਖਾ ਵਾਲੀ ਤੁਹਾਡੇ ਨਾਲ ਸਾਂਝੀ ਕਰ ਲੱਗਾ ਹਾਂ ਇਹ ਤੇ ਥੋੜਾ ਜਿਹਾ ਧਿਆਨ ਦੇਣਾ ਅਹਿਮਦ ਸ਼ਾਹ ਅਬਦਾਲੀ ਦਾ ਜਨਮ ਹੋਇਆ ਅਕਤੂਬਰ ਮਹੀਨਾ ਸਨ 1722 ਔਰ ਇਸ ਨੇ 1747 ਦੇ ਵਿੱਚ ਪਹਿਲਾ ਹਮਲਾ ਪੰਜਾਬ ਦੀ ਧਰਤੀ ਔਰ ਭਾਰਤ ਦੇ ਉੱਤੇ ਕੀਤਾ ਅਸਲ ਦੇ ਵਿੱਚ ਜਿਹੜਾ ਪੰਜਾਬ ਗੇਟਵੇ ਆਫ ਇੰਡੀਆ ਬਣਿਆ ਨਾ ਉਹ ਦਰਾ ਖੈਬਰ ਹੈ
ਜਿਹੜਾ ਵੀ ਪੰਜਾਬ ਉੱਤੇ ਹਮਲਾ ਕਰਦਾ ਰਿਹਾ ਉਹ ਦਰਾ ਖੈਬਰ ਰਾਹੀਂ ਲੰਘ ਕੇ ਕਰਦਾ ਰਿਹਾ, ਚਾਹੇ ਉਹ ਮੁਹੰਮਦ ਬਿਨ ਕਾਸਮ ਸੀ, ਚਾਹੇ ਮੁਹੰਮਦ ਗੌਰੀ ਸੀ, ਮਹਿਮੂਦ ਗਜ਼ਨਵੀ ਸੀ, ਚਾਹੇ ਅਹਿਮਦ ਸ਼ਾਹ ਅਬਦਾਲੀ ਸੀ ਤੇ ਚਾਹੇ ਨਾਦਰ ਸ਼ਾਹ ਦੁਰਾਨੀ, ਕੋਈ ਵੀ ਹੋਇਆ ਪੰਜਾਬ ਦੀ ਧਰਤੀ ਤੇ ਜਿਹੜਾ ਹਮਲਾ ਕਰਦਾ ਰਿਹਾ। ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਦੀ ਧਰਤੀ ਉੱਤੇ ਪਹਿਲਾ ਹਮਲਾ ਕੀਤਾ ਸਨ 1747 ਦੇ ਵਿੱਚ ਭਾਰਤ ਦੀ ਧਰਤੀ ਉੱਤੇ। ਵੈਸੇ ਮੈਂ ਇੱਕ ਬੇਨਤੀ ਕਰਾਂ, ਪੰਜਾਬ ਦੇਸ਼ ਵੱਖਰਾ ਸੀ ਅਤੇ ਭਾਰਤ ਵੱਖਰਾ, ਦੋਵਾਂ ਦੇ ਵਿੱਚ ਅੰਤਰ ਸੀ। ਹੁਣ ਤੇ ਪੰਜਾਬ ਵੀ ਭਾਰਤ ਦੇ ਵਿੱਚ ਮਿਲਾ ਲਿਆ ਗਿਆ। ਤੇ ਜਦੋਂ ਈਸਟ ਇੰਡੀਆ ਕੰਪਨੀ ਆਈ ਸੀ ਨਾ ਅੰਗਰੇਜ਼ਾਂ ਦੀ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਉਹਨਾਂ ਸਭ ਤੋਂ ਪਹਿਲਾਂ ਕਬਜ਼ਾ ਆਪਣਾ ਹਿੰਦੁਸਤਾਨ ਦੇ ਉੱਤੇ ਕੀਤਾ ਸੀ, ਪੰਜਾਬ ਦੇ ਉੱਤੇ ਨਹੀਂ। ਪੰਜਾਬ ਅਲੱਗ ਦੇਸ਼। ਜੇ ਮੈਂ ਇਹ ਬੇਨਤੀ ਕਰਕੇ ਚੱਲਿਆ, ਮੇਰੀ ਭਾਵਨਾ ਹੈ ਕਿ ਜੋ ਕੁਝ ਅੱਜ ਤੱਕ ਸਾਡੇ ਵਿੱਚ ਗਲਤ ਪਰੋਸਿਆ ਗਿਆ ਨਾ, ਉਹਨੂੰ ਸਟੇਜਾਂ ਦੇ ਉੱਤੇ ਤਕਰੀਬਨ ਸਹੀ ਤਰੀਕੇ ਦੇ ਨਾਲ ਔਰ ਸਬੂਤਾਂ ਸਮੇਤ ਸੰਗਤਾਂ ਸਾਹਮਣੇ ਰੱਖਿਆ ਜਾਵੇ। ਪਹਿਲਾ ਹਮਲਾ ਕੀਤਾ ਅਹਿਮਦ ਸ਼ਾਹ ਅਬਦਾਲੀ ਨੇ ਸਨ 1747 ਦੇ ਵਿੱਚ। ਇਸ ਹਮਲੇ ਵਿੱਚ ਉਹ ਹਾਰ ਖਾ ਕੇ ਮੁੜਿਆ, ਮਾਨੂਪੁਰ ਸਰਹੰਦ ਦੇ ਕੋਲੋਂ ਵਾਪਸ ਮੁੜ ਗਿਆ। ਦੂਸਰਾ ਹਮਲਾ ਉਸਨੇ 48 ਵਿੱਚ ਕੀਤਾ, ਤੀਸਰਾ ਹਮਲਾ ਉਸਨੇ 51 ਤੋਂ 52 ਵਿੱਚ ਕੀਤਾ, ਚੌਥਾ ਹਮਲਾ ਉਸਨੇ 1756 ਤੋਂ 55 ਤੋਂ ਲੈ ਕੇ 56 ਵਿੱਚ ਕੀਤਾ। ਇਸ ਹਮਲੇ ਦੇ ਵਿੱਚ ਇਹ ਜਿਹੜਾ 56 ਤੋਂ 57 ਦਾ ਹਮਲਾ ਚੌਥਾ ਹਮਲਾ ਸੀ ਨਾ ਅਬਦਾਲੀ ਦਾ, ਉਸ ਹਮਲੇ ਦੇ ਵਿੱਚ ਹੀ ਜਹਾਨ ਖਾਨ ਬਾਬਾ ਦੀਪ ਸਿੰਘ ਦੇ ਕੋਲੋਂ ਹਾਰ ਖਾ ਕੇ ਮੁੜਿਆ ਸੀ। ਪੰਜਵਾਂ ਹਮਲਾ ਅਹਿਮਦ ਸ਼ਾਹ ਅਬਦਾਲੀ ਨੇ ਕੀਤਾ ਸਨ 1759 ਤੋਂ ਲੈ ਕੇ ਸਨ 1761 ਤੱਕ। ਇਹਦੇ ਵਿੱਚ ਪਾਣੀਪਤ ਦੀ ਤੀਸਰੀ ਲੜਾਈ ਲੜੀ ਗਈ, ਜਿਸ ਵਿੱਚ ਮਰਹੱਟੇ ਸਦਾ ਵਾਸਤੇ ਸੌਂ ਗਏ। ਉਹ ਅਹਿਮਦ ਸ਼ਾਹ ਅਬਦਾਲੀ ਦੇ ਸਾਹਮਣੇ ਬਾਅਦ ਵਿੱਚ ਆਪਣਾ ਸਿਰ ਨਹੀਂ ਚੁੱਕ ਸਕੇ। ਪਾਣੀਪਤ ਵਿੱਚ ਵੈਸੇ 3 ਲੜਾਈਆਂ ਹੋਈਆਂ, ਉਹ ਕਿਹੜੀਆਂ ਮੈਂ ਉੱਧਰ ਚਲਾ ਗਿਆ ਤੇ ਸਮਾਂ ਬਥੇਰਾ ਲੱਗੇਗਾ। ਜਿਹੜਾ 1759 ਤੋਂ 61 ਤੱਕ ਅਹਿਮਦ ਸ਼ਾਹ ਅਬਦਾਲੀ ਵਾਪਸ ਹਮਲਾ ਕਰਕੇ ਗਿਆ, ਆਪਣੇ ਸੂਬੇਦਾਰ ਥਾਪ ਗਿਆ। ਸਿੰਘਾਂ ਨੇ ਕੁਝ ਦਿਨ ਨਾ ਲੰਘਣ ਦਿੱਤੇ, ਅਹਿਮਦ ਸ਼ਾਹ ਅਬਦਾਲੀ ਦੇ ਥਾਪੇ ਹੋਏ ਸੂਬੇਦਾਰਾਂ ਨੂੰ ਲੋਹੇ ਦੇ ਚਣੇ ਚਬਾ ਦਿੱਤੇ। ਅਹਿਮਦ ਸ਼ਾਹ ਅਬਦਾਲੀ ਨੇ 6ਵਾਂ ਹਮਲਾ ਹਿੰਦੁਸਤਾਨ ਦੀ ਧਰਤੀ ਤੇ ਨਹੀਂ, ਸਿਰਫ ਤੇ ਸਿਰਫ ਪੰਜਾਬ ਉੱਤੇ ਕਰਨਾ ਹੈ। ਉਹਦਾ ਮਕਸਦ ਸੀ ਕਿ ਜਿਹੜੇ ਖਾਲਸਾਈ ਫੌਜ ਨੇ ਮੈਨੂੰ ਲੁੱਟਿਆ, ਉਹ ਮਨ ਵਿੱਚ ਹੰਕਾਰ ਕਰਕੇ ਬੈਠ ਗਿਆ ਸੀ ਕਿ ਮੇਰੀ ਤੇਗ ਦੇ ਮਾਰੇ ਮਰਹੱਟੇ ਨਹੀਂ ਉੱਠੇ, ਸਿੱਖ ਕੌਮ ਵੀ ਉੱਠ ਨਹੀਂ ਪਾਵੇਗੀ। ਪਰ ਉਹ ਜਾਣਦਾ ਨਹੀਂ ਸੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਦੀ ਪੁੱਤਰ, ਇਹ ਪੈਦਾ ਹੀ ਤੇਗ ਵਿੱਚੋਂ ਹੋਏ ਨੇ ਤੇ ਤੇਗ ਕੋਲੋਂ ਕਦੋਂ ਡਰ ਲੱਗੇ ਨੇ। ਇਹ ਖਾਲਸੇ ਪੰਥ ਬਾਰੇ ਜਾਣਦਾ ਨਹੀਂ ਸੀ। ਪਰ ਅਹਿਮਦ ਸ਼ਾਹ ਅਬਦਾਲੀ ਨੇ ਤਹਈਆ ਕਰ ਲਿਆ ਕਿ 6ਵਾਂ ਹਮਲਾ ਜਿਹੜਾ ਸਨ 1762 ਵਿੱਚ ਕਰਨਾ ਹੈ, ਉਹ ਕੇਵਲ ਤੇ ਕੇਵਲ ਸਿੱਖ ਕੌਮ ਖਤਮ ਕਰਨ ਵਾਸਤੇ ਕਰਨਾ ਹੈ। ਅਬਦਾਲੀ ਇੱਥੋਂ ਤੱਕ ਆਖਦਾ ਸੀ, ਸਿੱਖੋ ਕਿ ਮੈਂ ਸਿੱਖਾਂ ਦੀ ਮਾਂ ਖਤਮ ਕਰਨੀ ਹੈ। ਮਾਂ ਜਿਹੜੀ ਜਨਮ ਦਿੰਦੀ ਹੈ ਨਾ ਸਿੱਖਾਂ ਨੂੰ, ਮੈਂ ਉਹ ਮਾਂ ਮਾਰ ਕੇ ਰੱਖ ਦੇਣੀ ਹੈ ਤਾਂ ਕਿ ਸਿੱਖ ਕੌਮ ਕੋਈ ਦੁਨੀਆ ਦੇ ਨਕਸ਼ੇ ਤੇ ਰਹਿ ਨਾ ਜਾਵੇ। ਅਹਿਮਦ ਸ਼ਾਹ ਅਬਦਾਲੀ ਨੇ ਜਿਸ ਘੱਲੂਘਾਰੇ ਦਾ ਮੈਂ ਜ਼ਿਕਰ ਕਰ ਲੱਗਾ, ਇਹ ਸਨ 1762 ਦੇ ਵਿੱਚ 5 ਫਰਵਰੀ ਥੋੜੇ ਦਿਨ ਪਹਿਲਾਂ ਲੰਘ ਕੇ ਗਈ ਹੈ। ਮੇਰੀ ਬੇਨਤੀ ਨੂੰ ਗੌਰ ਨਾਲ ਵਾਚਣਾ। ਸ਼ਬਾ ਇਹ ਵਿਸ਼ਾ ਬਹੁਤ ਡੂੰਘਾ ਵਿਸ਼ਾ ਜਿਹੜਾ ਤੁਸੀਂ ਮੈਨੂੰ ਦਿੱਤਾ ਹੈ, ਤੇ ਜਿੰਨਾ ਚਿਰ ਇਹਦੇ ਵਿੱਚ ਸੁਰਤੀ ਟਿੱਕੀ ਨਾ ਉਹਨਾਂ ਚਿਰ ਸਾਨੂੰ ਸਮਝ ਨਹੀਂ ਪੈਣਾ ਕਿ ਵਿਸ਼ੇ ਦੇ ਵਿੱਚ ਹੋਇਆ ਕੀ ਸੀ, ਹੋਇਆ ਕਿਉਂ ਸੀ ਤੇ ਹੋਇਆ ਕਿਵੇਂ ਸੀ। 3 ਕਾਰਨ ਹੁੰਦੇ ਨੇ, ਕਿਉਂ, ਕਿਵੇਂ ਤੇ ਕਿੱਥੇ। ਮੈਂ ਕਿਉਂ ਸਾਂਝਾ ਕਰ ਰਿਹਾ, ਕਿਵੇਂ ਤੇ ਕਿੱਥੇ ਮੈਂ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਨਾਲ ਸਾਂਝ ਪਾਵਾਂਗਾ। ਅਹਿਮਦ ਸ਼ਾਹ ਅਬਦਾਲੀ ਨੇ 5 ਫਰਵਰੀ ਸਨ 1762 ਦੇ ਵਿੱਚ ਹਮਲਾ ਕੀਤਾ ਸਿੰਘਾਂ ਦੇ ਉੱਤੇ, ਜਿਸ ਨੂੰ ਵੱਡਾ ਘੱਲੂਘਾਰਾ ਕਿਹਾ। ਤੇ 15 ਫਰਵਰੀ ਦੇ ਲਾਗੇ ਇਸਨੇ ਦਰਬਾਰ ਸਾਹਿਬ ਦੀਆਂ ਨੀਹਾਂ ਵਿੱਚ ਬਰੂਦ ਦੇ ਕੁੱਪੇ ਰੱਖੇ ਔਰ ਦਰਬਾਰ ਸਾਹਿਬ ਦੀ ਇਮਾਰਤ ਡੇਗ ਦਿੱਤੀ। ਇੱਕ ਇਹ ਟੁਕੜੀ ਜਿਹੜੀ ਇਹਦੇ ਨੱਕ ਦੇ ਵੱਜੀ, ਉਹ ਜ਼ਖਮ ਹੋ ਗਿਆ, ਨਸੂਰ ਬਣ ਗਿਆ ਤੇ ਕੈਂਸਰ ਹੋ ਕੇ ਦੀ ਮੌਤ ਹੋਈ। ਹੁਣ ਸਵਾਲ ਪੈਦਾ ਹੋਵੇਗਾ ਵੀ ਅਹਿਮਦ ਸ਼ਾਹ ਅਬਦਾਲੀ ਮਰਿਆ ਕਦੋਂ? 153 ਦਿਨਾਂ ਵਿੱਚ ਮਰਿਆ? ਨਹੀਂ, ਇਹਦੇ ਇੱਟ ਵੱਜੀ ਫਰਵਰੀ ਮਹੀਨਾ ਸਨ 1762। ਇਸ ਨੇ ਫਿਰ 7ਵਾਂ ਹਮਲਾ ਕੀਤਾ ਭਾਰਤੀ ਧਰਤੀ ਦੇ। ਫਿਰ ਇਸ ਤੋਂ ਬਾਅਦ ਇਹ 5 ਹਮਲੇ ਫਿਰ ਕਰਦਾ ਹੈ ਸਨ 1764 ਤੋਂ ਲੈ ਕੇ 65 ਤੱਕ। ਅਗਲਾ ਹਮਲਾ 1766 ਤੋਂ ਲੈ ਕੇ 67 ਤੱਕ, ਅਗਲਾ ਹਮਲਾ 68 ਤੱਕ, ਔਰ ਇਹਦਾ 11ਵਾਂ ਹਮਲਾ ਸੀ ਸਨ 1769 ਦੇ ਵਿੱਚ। ਇਹਦੀ ਮੌਤ ਹੋਈ 14 ਅਪ੍ਰੈਲ ਸਨ 1772 ਦੇ ਵਿੱਚ। ਹੁਣ ਮੈਂ ਤੁਹਾਡੇ ਦੇ ਸਵਾਲ ਛੱਡਣ ਲੱਗਾ, ਜੇ 1762 ਤੋਂ ਲੈ ਕੇ 1772 10 ਸਾਲਾਂ ਦੇ ਵਿੱਚ 153 ਦਿਨ ਬਣਦੇ ਨੇ ਤੇ ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ। ਤੇ ਜੇ ਨਹੀਂ ਬਣਦੇ ਤੇ ਮੈਂ ਬੇਨਤੀ ਕਰਕੇ ਜਾਵਾਂਗਾ, ਗੁਰੂ ਕੀ ਸੰਗਤ, ਬਿਨਾ ਪੜਤਾਲ ਕੀਤੇ ਕਦੀ ਵੀ ਕਿਸੇ ਚੀਜ਼ ਨੂੰ ਪਹਿਲ ਨਾ ਦਿਆ ਕਰੋ। ਅੱਜ ਸਾਡੀ ਨਾ ਬਦਕਿਸਮਤੀ ਕੌਮ ਮਾਰ ਵੀ ਇੱਥੋਂ ਖਾ ਗਈ। ਸਾਡੀ ਕੌਮ ਬਹੁਤੀ ਫੇਸਬੁੱਕ ਤੱਕ ਰਹਿ ਗਈ। ਅਸੀਂ ਜੋ ਕੁਝ ਕਿਸੇ ਨੇ ਫੇਸਬੁੱਕ ਤੇ ਭੇਜ ਦਿੱਤਾ,
WhatsApp ਤੇ ਭੇਜ ਦਿੱਤਾ। ਅਸੀਂ ਪੜਚੋਲਦੇ ਨਹੀਂ, ਉਹਦੀ ਪੜਤਾਲ ਨਹੀਂ ਕਰਦੇ। ਹੁਣ ਆ ਛੇਕ ਬੱਤੇ ਨੂੰ ਖੀਰ ਖਵਾਉਣ ਵਾਲੀ ਮੈਂ ਬਹੁਤ ਕਿਤਾਬਾਂ ਜਿੰਨੀਆਂ ਕਿ ਮੇਰੀ ਸੋਝੀ ਪਈਆਂ ਮੈਂ ਪੜ੍ਹੀਆਂ, ਜਿੰਨੇ ਇੱਕ ਗ੍ਰੰਥ ਮੇਰੇ ਕੋਲ ਆਏ ਮੈਂ ਪੜ੍ਹੇ। ਮੈਨੂੰ ਕਿਤੇ ਵੀ ਇਹ ਸ਼ਬਦ ਨਹੀਂ ਮਿਲਿਆ ਕਿ ਛੇਕ ਬੱਤਾ ਗੁਰੂ ਮਹਾਰਾਜ ਦੇ ਘਰੋਂ ਖੀਰ ਤੋਂ ਰੁਸਿਆ ਤੇ ਸਤਿਗੁਰਾਂ ਨੇ ਆਖਿਆ ਫਤਿਆ ਤੇਰੇ ਦਰ ਤੇ ਕੁੱਤੇ ਵੀ ਖੀਰ ਨਹੀਂ ਖਾਣਗੇ। ਮੈਨੂੰ ਨਹੀਂ ਕਿਤੋਂ ਲੱਭਾ। ਪਰ ਸਾਡੀ ਬਦਕਿਸਮਤੀ, ਅਸੀਂ ਉਸ ਨੂੰ ਗੁਰੂ ਘਰ ਦਾ ਵਾਗੀ ਵੀ ਬਣਾਇਆ। ਉਹਦੇ ਦਰ ਤੇ ਸਾਡੇ ਗਾਤਰੇ ਪਾ ਪਾ ਕੇ ਉਹਦੇ ਜਗ੍ਹਾ ਦੇ ਉੱਤੇ ਖੀਰਾਂ ਲੈ ਕੇ ਜਾਂਦੇ ਨੇ। ਬਦਕਿਸਮਤੀ ਮੇਰੀ ਕੌਮ ਦੀ। ਫਿਰ ਸੁਣੀ ਸੁਣਾਈ ਗੱਲ, ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ, ਇੱਕ ਸਾਡੇ ਵਿੱਚ ਇੱਕ ਹੋਰ ਉਲਝਣ ਪੈਦਾ ਕੀਤੀ ਗਈ ਕਿ ਗੁਰੂ ਅਰਜਨ ਦੇਵ ਦੇ ਟਾਈਮ ਤੇ ਜਿਹੜੀ ਛਪੀਲ ਦੀ ਮਰਿਆਦਾ ਸੀ, ਛਬੀਲ ਉਹ ਚੰਦੂ ਦੀ ਨੌਂ ਨੇ ਪੈਦਾ ਕੀਤੀ। ਗੁਰੂ ਕੀ ਸੰਗਤ ਇਹ ਵੀ ਬਿਲਕੁਲ ਗਲਤ ਹੈ। ਮੈਂ ਬੇਨਤੀ ਤਾਂ ਕੀਤੀ ਸੱਜਣੋ, ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਕੌਮੀ ਸਟੇਜਾਂ ਦੇ ਅੱਗੇ ਬੈਠਦੇ ਹੋ, ਕਮ ਸੇ ਕਮ ਇਹਨਾਂ ਚੀਜ਼ਾਂ ਨੂੰ ਵਿਚਾਰਿਆ ਕਰੀਏ ਕਿਸੇ ਨੂੰ ਅੱਗੇ ਸੈਂਡ ਕਰਨ ਤੋਂ ਪਹਿਲਾਂ। ਮੇਰਾ ਸਮਾਂ ਬੜਾ ਕੀਮਤੀ ਜਾ ਰਹਿ ਗਿਆ, ਜੇ ਮੈਂ ਪਾਸੇ ਚਲਾ ਗਿਆ ਤੇ ਸਾਰਾ ਸਮਾਂ ਇੱਧਰ ਲੱਗ ਜਾਣਾ। ਖੈਰ, ਬਾਕੀ ਉਹਦੇ ਹਮਲਿਆਂ ਦਾ ਮੈਂ ਜ਼ਿਕਰ ਤੁਹਾਡੇ ਨਾਲ ਕਰ ਦਿੱਤਾ। ਅਹਿਮਦ ਸ਼ਾਹ ਅਬਦਾਲੀ ਸਨ 1762 ਦੇ ਵਿੱਚ ਇੱਕ ਤਹਈਆ ਕਰਕੇ ਤੁਰਿਆ ਹੈ ਕਿ ਮੈਂ ਹੁਣ ਕੇਵਲ ਤਾਂ ਕੇਵਲ ਸਿੱਖ ਕੌਮ ਖਤਮ ਕਰਨੀ ਹੈ। ਇਹ ਰੋਹਤਾਸ ਦੇ ਕੰਢੇ ਆਇਆ। ਆਕਲਦਾਸ ਜੰਡਿਆਲੀਏ ਨੇ ਆਪਣੇ ਬੰਦੇ ਭੇਜ ਕੇ ਆਖਿਆ, ਸ਼ਾਹ ਜੀ ਖਾਲਸਾਈ ਫੌਜਾਂ ਅਗਾਂਹ ਨੂੰ ਨਿਕਲ ਗਈਆਂ ਨੇ, ਤੁਸੀਂ ਲਾਹੌਰ ਟਿਕਾਣਾ ਕਰੋ। ਅਹਿਮਦ ਸ਼ਾਹ ਅਬਦਾਲੀ ਲਾਹੌਰ ਬੈਠਾ ਹੈ ਤੇ ਜ਼ੈਨ ਖਾਨ ਨੇ ਸਰਹੰਦ ਦੇ ਨਵਾਬ ਨੇ ਇੱਕ ਚਿੱਠੀ ਭੇਜੀ। ਉਹਨੇ ਆਖਿਆ, ਸ਼ਾਹ ਜੀ ਜਿਹੜੀਆਂ ਖਾਲਸਾਈ ਫੌਜਾਂ ਨੇ, ਤੁਸੀਂ ਕਹਿੰਦੇ ਸੀ ਮੈਂ ਸਿੱਖਾਂ ਦੀ ਮਾਂ ਮਾਰਨੀ, ਆ ਅੱਲਾਹ ਤਾਲਾ ਨੇ ਬੜਾ ਵਧੀਆ ਸਵਾਬ ਬਖਸ਼ਿਆ ਜੀ। ਸਿੰਘ ਮਲੇਰ ਕੋਟਲੇ ਦੇ ਇਲਾਕੇ ਵਿੱਚ ਬੈਠੇ ਹੋਏ ਨੇ। ਇਸ ਵਾਰ ਇਕੱਲੇ ਨਹੀਂ ਬੈਠੇ, ਨਾਲ ਉਹਨਾਂ ਦਾ ਵਹੀਰ ਹੈ, ਉਹਨਾਂ ਦੇ ਬੱਚੇ ਹਨ, ਉਹਨਾਂ ਦੀਆਂ ਇਸਤਰੀਆਂ ਹਨ, ਗਰਭਵਤੀ ਇਸਤਰੀਆਂ ਵੀ ਨਾਲ ਨੇ, ਬਜ਼ੁਰਗ ਵੀ ਨਾਲ ਨੇ, ਮਾਲ ਡੰਗਰ ਵੀ ਨਾਲ ਹੈ। ਜੇ ਖਤਮ ਕਰਨਾ ਚਾਹੁੰਦੇ ਨੇ ਇਸ ਕੌਮ ਨੂੰ ਤਾਂ ਵਕਤ ਹੈ, ਜਲਦੀ ਤੋਂ ਜਲਦੀ ਤੁਸੀਂ ਸਰਹੰਦ ਆਣ ਪਹੁੰਚੋ, ਤੁਹਾਡੇ ਸਵਾਗਤ ਵਾਸਤੇ ਅਸੀਂ ਖੜੇ ਹੋਵਾਂਗੇ। ਇਹ ਫਰਵਰੀ ਦੀ ਰਮਤਾ ਵਿੱਚ ਚਿੱਠੀ ਜਿਹੜੀ ਸੀ ਉਹ ਅਹਿਮਦ ਸ਼ਾਹ ਅਬਦਾਲੀ ਨੂੰ ਲਾਹੌਰ ਪਹੁੰਚੀ। ਅਹਿਮਦ ਸ਼ਾਹ ਅਬਦਾਲੀ ਨੇ ਅੱਗੋਂ ਇੱਕ ਫੇਰ ਚਿੱਠੀ ਭੇਜੀ ਜਿਹੜੀ 4 ਤੇ 5 ਫਰਵਰੀ ਦੀ ਰਾਤ ਨੂੰ ਜ਼ੈਨ ਖਾਨ ਸਰਹੰਦ ਦੇ ਨਵਾਬ ਕੋਲ ਪਹੁੰਚੀ। ਉੱਥੇ ਲਿਖਿਆ ਸੀ, ਜ਼ੈਨ ਖਾਨ ਮੈਂ 5 ਫਰਵਰੀ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਤੇਰੇ ਕੋਲ ਆਪਣਾ ਲਾਓ ਲਸ਼ਕਰ ਲੈ ਕੇ ਪਹੁੰਚ ਜਾਵਾਂਗਾ, ਪਰ ਮੇਰਾ ਇੱਕ ਹੁਕਮ ਹੈ, ਸਿੰਘ ਮਲੇਰ ਕੋਟਲੇ ਦੀ ਜੂ ਵਿੱਚੋਂ ਬਾਹਰ ਨਹੀਂ ਜਾਣੇ ਚਾਹੀਦੇ, ਕਿਸੇ ਤਰੀਕੇ ਨਾਲ ਇਹਨਾਂ ਨੂੰ ਘੇਰ ਕੇ ਰੱਖੋ। ਮੈਂ 1 ਲੱਖ ਤੋਂ ਵੱਧ ਫੌਜ ਲੈ ਕੇ ਇਸ ਵਾਰ ਕਾਬਲ ਦੀ ਧਰਤੀ ਤੋਂ ਆਇਆ ਤੇ ਕੇਵਲ ਤਾਂ ਕੇਵਲ ਮੇਰਾ ਟਾਰਗੇਟ, ਮੇਰਾ ਨਿਸ਼ਾਨਾ ਸਿੱਖ ਕੌਮ ਹੈ, ਹੋਰ ਕੋਈ ਨਹੀਂ। ਅਹਿਮਦ ਸ਼ਾਹ ਅਬਦਾਲੀ ਦੀ ਚਿੱਠੀ ਮਿਲੀ ਜ਼ੈਨ ਖਾਨ ਨੂੰ। ਜ਼ੈਨ ਖਾਨ ਨੇ ਆਪਣਾ ਇੱਕ ਜਰਨੈਲ ਕਾਸਮ ਖਾਨ ਉਸ ਨੂੰ ਭੇਜਿਆ ਕਿ ਉਹ ਸਿੰਘਾਂ ਉੱਤੇ ਹਮਲਾ ਕਰੇ। ਹੁਣ ਸਿੰਘਾਂ ਦਾ ਪਰਿਵਾਰ ਗੁਰਮੇ ਪਿੰਡ ਵਿੱਚ ਬੈਠਾ ਹੈ ਤੇ ਸਿੰਘ ਕੁੱਪ ਵਿੱਚ ਬੈਠੇ ਨੇ। ਕੁੱਪ ਪਿੰਡ ਤੇ ਗੁਰਮੇ ਪਿੰਡ ਦਾ ਦੋਵਾਂ ਦਾ ਅੰਤਰ ਹੈ। ਜ਼ੈਨ ਖਾਨ ਦਾ ਭੇਜਿਆ ਜਰਨੈਲ ਕਾਸਮ ਖਾਨ ਇਹ ਸਿੰਘਾਂ ਉੱਤੇ ਹਮਲਾ ਕਰ ਨਹੀਂ ਗਿਆ ਔਰ ਉਹਨਾਂ ਦੇ ਪਰਿਵਾਰ ਤੇ ਨਹੀਂ। ਵਿਚਾਰ ਸੀ ਮੈਂ ਦੋਵਾਂ ਨੂੰ ਇਕੱਠੇ ਮਾਰਾਂ, ਪਰ ਜਦੋਂ ਨਾ ਕੁਝ ਹੱਥ ਲੱਗਾ ਫਿਰ ਇਹ ਸਿੰਘਾਂ ਵੱਲ ਨੂੰ ਵਧਿਆ। ਔਰ ਸਿੰਘਾਂ ਉੱਤੇ ਕਿਵੇਂ ਹਮਲਾ ਕਰਦਾ ਹੈ, ਢਾਡੀ ਕਲਾ ਦੀ ਬੜੀ ਸੁੰਦਰ ਵਣਗੀ ਹੈ, ਇਹਨੂੰ ਆੜ ਲੈ ਦੀ ਵਾਰ ਕਹਿੰਦੇ ਨੇ। ਮੈਂ ਇੱਕ ਬੇਨਤੀ ਕਰਾਂ, ਮੇਰੇ ਪੂਜਾ ਪਿਤਾ ਉਸਤਾਦ ਗਿਆਨੀ ਮਿਲਖਾ ਸਿੰਘ ਮੌਜੀ ਸਾਹਿਬ, ਦਾਦਾ ਉਸਤਾਦ ਗਿਆਨੀ ਕੁਲਵੰਤ ਸਿੰਘ ਬੀਏ ਸਾਹਿਬ, ਪੜਦਾਦਾ ਉਸਤਾਦ ਸ਼੍ਰੋਮਣੀ ਢਾਡੀ, ਢਾਡੀਆਂ ਦੇ ਪਿਤਾਮਾ, ਢਾਡੀਆਂ ਦੇ ਪੈਗੰਬਰ ਸੁਲਤਾਨਨ ਢਾਡੀ ਸੱਚਖੰਡ ਵਾਸੀ, ਗੁਰਪੁਰ ਵਾਸੀ, ਸਤਿਕਾਰਯੋਗ ਗਿਆਨੀ ਸੋਹਣ ਸਿੰਘ ਸੀਤਲ ਸਾਹਿਬ ਜੀ। ਬਾਪੂ ਜੀ ਕਹਿੰਦੇ ਸੀ ਆਉਣ ਵਾਲੇ ਸਮੇਂ ਵਿੱਚ ਢੱਡਾਂ ਵੀ ਸ਼ਾਇਦ ਵੱਜਦੀਆਂ ਰਹਿਣ, ਸਰੰਗੀਆਂ ਵੀ ਸ਼ਾਇਦ ਵੱਜਦੀਆਂ ਰਹਿਣ, ਪਰ ਕਹਿੰਦੇ ਹਾਲਾਤ ਐਸੇ ਪੈਦਾ ਹੁੰਦੇ ਜਾ ਰਹੇ ਨੇ ਕਿ ਸਾਨੂੰ ਲੱਗਦਾ ਆਉਣ ਵਾਲੇ ਸਮੇਂ ਵਿੱਚ ਢੱਡ ਸਰੰਗੀ ਵਿੱਚੋਂ ਢਾਡੀ ਕਲਾ ਖਤਮ ਹੋ ਜਾਵੇਗੀ। ਸੀਤਲ ਸਾਹਿਬ ਜੀ ਦੇ ਹੁਕਮ ਮੁਤਾਬਕ ਅਸੀਂ ਇਹ ਢਾਡੀ ਕਲਾ ਨੂੰ ਜਿਉਣਾ ਰੱਖਣ ਦਾ ਯਤਨ ਕਰ ਰਹੇ ਹਾਂ। ਸਾਨੂੰ ਹਦਾਇਤ ਹੈ ਕਿ ਨਿਰੋਲ ਢਾਡੀ ਕਲਾ ਸਟੇਜ ਤੇ ਬੋਲੀ ਜਾਵੇ। ਸਿੰਘ ਤੁਹਾਡੇ ਨਾਲ ਹੁਣ ਆੜ ਲੈ ਦੀ ਵਾਰ ਸਾਂਝੀ ਕਰ ਲੱਗੇ ਨੇ। ਆਪਣੇ ਮਨ ਦੇ ਨਕਸ਼ੇ ਨੂੰ ਉਸ ਜਗ੍ਹਾ ਤੇ ਲੈ ਕੇ ਚੱਲੀਏ। ਕੁੱਪ ਪਿੰਡ ਵਿੱਚ ਬੈਠੇ ਹੋਏ ਸਿੰਘ ਜਿਨ੍ਹਾਂ ਉੱਤੇ ਅਚਨਚੇਤ ਜ਼ੈਨ ਖਾਨ ਦੇ ਜਰਨੈਲ ਕਾਸਮ ਖਾਨ ਨੇ ਆ ਕੇ ਹੱਲਾ ਬੋਲਿਆ ਤੇ ਸਿੰਘਾਂ ਅੱਗੋਂ ਮੂੰਹ ਤੋੜਵਾ ਜਵਾਬ ਕਿਵੇਂ ਦਿੱਤਾ, ਉਸ ਵੇਲੇ ਦਾ ਸੀਨ ਮਨਵੀਰ ਸਿੰਘ ਬੀਏ ਪਹੁਵਿੰਡ ਦਾ ਢਾਡੀ ਥਾਣਾ ਸ਼ਬਦਾਂ ਵਿੱਚ ਇਉਂ ਬਿਆਨ ਕਰਦਾ।
ਬੋਲਿਆ ਕਸਮ ਜਰਨੈਲ ਨੇ ਚੁੱਪ ਬੈਠਿਆ ਸਿੰਘਾਂ ਤੇ ਜਾ ਤੋਪਾਂ ਰੈਕਲੇ ਤਮਾਚੇ ਤੇ ਜ਼ੰਬੂਰ ਕੇ ਤੋਪਾਂ ਰੈਕਲੇ ਤਮਾਚੇ ਤੇ ਜ਼ੰਬੂਰ ਕੇ ਤੋਪਾਂ ਰੈਕਲੇ ਤਮਾਚੇ ਤੇ ਜ਼ੰਬੂਰ ਕੇ ਤੋੜੇ ਬਾਲ ਦਿੱਤੇ ਸਾਰਿਆਂ ਨੂੰ ਲਾ ਉਹਨਾਂ ਦਾਣਿਆਂ ਦੇ ਵਾਂਗ ਭੁੰਨੇ ਗੱਭਰੂ ਉਹਨਾਂ ਦਾਣਿਆਂ ਦੇ ਵਾਂਗ ਭੁੰਨੇ ਗੱਭਰੂ ਦਿੱਤੇ ਸੈਂਕੜੇ ਸਵਰਗ ਬਚਾ ਕਾਨੀ ਲੱਗੀ ਜਿਵੇਂ ਸੁੱਤੇ ਹੋਏ ਸ਼ੇਰ ਨੂੰ ਕਾਨੀ ਲੱਗੀ ਜਿਵੇਂ ਸੁੱਤੇ ਹੋਏ ਸ਼ੇਰ ਨੂੰ ਕਾਨੀ ਲੱਗੀ ਜਿਵੇਂ ਸੁੱਤੇ ਹੋਏ ਸ਼ੇਰ ਨੂੰ ਅੱਗੋਂ ਸਿੰਘ ਵੀ ਉੱਠੇ ਫਟ ਖਾ ਓਏ ਉਹਨਾਂ ਟੁੰਬ ਕੇ ਜਗਾ ਲੈ ਕੇ ਰੁੰਡੀਏ ਉਹਨਾਂ ਟੁੰਬ ਕੇ ਜਗਾ ਲੈ ਕੇ ਰੁੰਡੀਏ ਦਿੱਤੇ ਤੰਤੀਆਂ ਤੇ ਝਾੜ ਕੇ ਉਡਾ ਅੱਗ ਖਾਲਸੇ ਨੇ ਲਾਈ ਜੋ ਬਰੂਦ ਨੂੰ ਅੱਗ ਖਾਲਸੇ ਨੇ ਲਾਈ ਜੋ ਬਰੂਦ ਨੂੰ ਬੁਝੀ ਮੋਮਨਾ ਦੇ ਸੀਨੇ ਅੱਜ ਜਾ ਰੋਕੇ ਰਹੇ ਨਾ ਚੱਕਰ ਭਗਵਾਨ ਦੇ ਰੋਕੇ ਰਹੇ ਨਾ ਚੱਕਰ ਭਗਵਾਨ ਦੇ ਰੋਕੇ ਰਹੇ ਨਾ ਚੱਕਰ ਭਗਵਾਨ ਦੇ ਜਦੋਂ ਗਿਆ ਛਛਪਾਲ ਸਾਮਿਆ ਗਾਜੀ ਨਸ ਗਏ ਮੈਦਾਨ ਵਿੱਚੋਂ ਸੀਤਲਾ ਗਾਜੀ ਨਸ ਗਏ ਮੈਦਾਨ ਵਿੱਚੋਂ ਸੀਤਲਾ ਗਾਜੀ ਨਸ ਗਏ ਮੈਦਾਨ ਵਿੱਚੋਂ ਸੀਤਲਾ ਵਾਰ ਝੱਲਿਆ ਨਾ ਸਿੰਘਾਂ ਦਾ ਗਿਆ ਹੋ ਕਰਮਾਂ ਵਾਲਿਓ ਜ਼ੈਨ ਖਾਂ ਦੇ ਭੇਜੇ ਹੋਏ ਇਸ ਜਰਨੈਲ ਕਾਸਮ ਖਾਨ ਨੇ ਚੁੱਪ ਕੀਤੇ ਸਿੰਘਾਂ ਦੇ ਉੱਤੇ ਜਾ ਕੇ ਹੱਲਾ ਬੋਲ ਦਿੱਤਾ ਹੁਣ ਕੋਈ ਜਿਵੇਂ ਸੁੱਤੇ ਹੋਏ ਸ਼ੇਰ ਨੂੰ ਜਾ ਕੇ ਛੇੜੇ ਤੇ ਸ਼ੇਰ ਫਿਰ ਉੱਭਰ ਕੇ ਸਾਹਮਣੇ ਆਉਂਦਾ ਹੈ ਸਿੰਘਾਂ ਦੇ ਵੀ ਐਸੇ ਹਾਲਾਤ ਸਨ ਸਿੰਘਾਂ ਦੇ ਚੁੱਪ ਕੀਤਿਆਂ ਉੱਤੇ ਹਮਲਾ ਹੋਇਆ ਤੇ ਸਿੰਘ ਉੱਭਰ ਕੇ ਐਸਾ ਉਹਨਾਂ ਨੇ ਮੂੰਹ ਤੋੜਵਾ ਜਵਾਬ ਦਿੱਤਾ
ਕਿ ਕਾਸਮ ਖਾਨ ਨੇ ਸਰਹੰਦ ਜਾ ਕੇ ਸਾਹ ਲਿਆ। ਇਹਨੇ ਚਿਰ ਨੂੰ ਅਹਿਮਦ ਸ਼ਾਹ ਅਬਦਾਲੀ 5 ਫਰਵਰੀ ਦੇ ਸੂਰਜ ਚੜ੍ਹਨ ਤੋਂ ਪਹਿਲਾਂ ਜ਼ੈਨ ਖਾਨ ਦੇ ਕੋਲ ਪਹੁੰਚ ਗਿਆ। ਉਹਨੇ ਆਖਿਆ ਕੀ ਹਾਲਾਤ ਹਨ ਸਿੰਘਾਂ ਉੱਤੇ, ਤੁਸੀਂ ਹਮਲਾ ਕੀਤਾ ਕਿ ਨਹੀਂ? ਜ਼ੈਨ ਖਾਨ ਨੇ ਆਖਿਆ ਸ਼ਾਹ ਜੀ ਮੇਰਾ ਇੱਕ ਜਰਨੈਲ ਗਿਆ ਪਰ ਸਿੰਘਾਂ ਕੋਲੋਂ ਹਾਰ ਖਾ ਕੇ ਆ ਗਿਆ। ਸੁਣ ਕੇ 7 ਕੱਪੜੀ ਅੱਗ ਲੱਗ ਉੱਠੀ ਅਹਿਮਦ ਸ਼ਾਹ ਅਬਦਾਲੀ ਨੂੰ। ਉਹ ਸਾਡੇ ਭੇਜੇ ਹੋਏ ਜਰਨੈਲ ਸਿੰਘਾਂ ਕੋਲੋਂ ਹਾਰ ਖਾ ਕੇ ਆ ਗਏ। ਮੈਂ ਕਿ ਸ਼ਬਦ ਵਰਤਿਆ ਹੈ, ਜੇ ਆਪ ਜੀ ਨੇ ਗੌਰ ਕੀਤਾ ਹੋਵੇ ਕਿ 7 ਕੱਪੜੀ ਅੱਗ ਲੱਗ ਜਾਣਾ। ਆਮ ਇਹ ਕਹਾਵਤ ਬੜੀ ਪ੍ਰਚਲਿਤ ਹੈ। ਤੁਹਾਡੇ ਵਰਗੇ ਸਿਆਣੇ ਕਹਿੰਦੇ ਨੇ ਵੀ ਜਿਹੜੀ ਅਕਲ ਹੁੰਦੀ ਹੈ ਨਾ, ਇਹ ਗਿਰੀਆਂ ਬਦਾਮ ਖਾਣ ਨਾਲ ਨਹੀਂ ਆਉਂਦੀ, ਇਹ ਦੁੱਧ ਮਲਾਈਆਂ ਨਾਲ ਨਹੀਂ ਆਉਂਦੀ, ਇਹ ਜ਼ਿੰਦਗੀ ਵਿੱਚ ਵਿਚਰਿਆਂ ਤਜਰਬੇ ਦੇ ਨਾਲ ਆਇਆ ਕਰਦੀ ਹੈ। ਇਹ ਸ਼ਬਦ ਪਤਾ ਨਹੀਂ ਅਸੀਂ ਕਿੰਨੀ ਕੁ ਵਾਰ ਸੁਣੇ ਹੋਣਗੇ ਕਿ 7 ਕੱਪੜੀ ਅੱਗ ਲੱਗ ਜਾਣਾ। ਹੋ ਸਕਦਾ ਕਦੀ ਵਿਚਾਰੇ ਨਾ ਹੋਣ, ਪਰ ਤੁਹਾਡੇ ਵਰਗੇ ਦਾਨੇ ਪ੍ਰਧਾਨਾਂ ਨੇ ਦਾ ਤੱਤ ਕੱਢਿਆ ਵੀ 7 ਕੱਪੜੇ ਹੁੰਦੇ ਕਿਹੜੇ ਨੇ ਤੇ ਇਹਨਾਂ ਨੂੰ ਅੱਗ ਲੱਗਦੀ ਕਿਵੇਂ ਹੈ। 2 ਅੱਖਾਂ ਦੇ ਛੇਕ, 2 ਨੱਕ ਦੇ ਛੇਕ, 2 ਕੰਨਾਂ ਦੇ ਛੇਕ ਅਤੇ 1 ਮੂੰਹ ਦਾ ਛੇਕ। ਇਹਨੂੰ ਸਿਆਣੇ ਕਹਿੰਦੇ 7 ਕੱਪੜੇ। ਹੁਣ ਇਹਨਾਂ ਨੂੰ ਅੱਗ ਲੱਗਦੀ ਕਿਵੇਂ ਹੈ? ਜਦੋਂ ਕਿਸੇ ਬੰਦੇ ਦੀ ਕਿਸੇ ਨਾਲ ਲੜਾਈ ਹੋ ਜਾਵੇ, ਝਗੜਾ ਕਲੇਸ਼ ਹੋ ਜਾਵੇ, ਜਾਂ ਕਿਸੇ ਝੂਠੇ ਬੰਦੇ ਨੂੰ ਸੱਚ ਮੂੰਹ ਦੇ ਉੱਤੇ ਕਹਿ ਦਿਓ ਤੇ ਉਹਦੇ ਚਿਹਰੇ ਵੱਲ ਤੱਕਣ ਦਾ ਯਤਨ ਕਰਨਾ। ਉਹਦੀਆਂ ਅੱਖਾਂ ਗੁੱਸੇ ਵਿੱਚ ਲਾਲ ਹੋ ਜਾਂਦੀਆਂ ਨੇ, ਨਾਸਾਂ ਬੀਕਾਨੇਰੀ ਸਾਣ ਵਾਂ ਫੜਾ ਅੱਗੇ ਨੂੰ ਵੱਧਦਾ, ਕੰਨਾਂ 'ਚੋਂ ਸੇਕ ਨਿਕਲਦਾ ਤੇ 7ਵਾਂ ਕੱਪੜਾ ਜ਼ੁਬਾਨ ਚੰਦਰੀ। ਫਿਰ ਇਸ ਤੇ ਐਸੀ ਅੱਗ ਲੱਗਦੀ ਹੈ ਵੀ ਜਿੰਨੇ ਮਰਜ਼ੀ ਸਮੁੰਦਰਾਂ ਦਾ ਪਾਣੀ ਪਾਓ ਅੱਗ ਬੁਝਦੀ ਨਹੀਂ। ਤੇ ਸਿਆਣੇ ਕਹਿੰਦੇ ਤੈਨੂੰ 7 ਕੱਪੜੀ ਅੱਗ ਲੱਗ ਉੱਠੀ। ਅਹਿਮਦ ਸ਼ਾਹ ਅਬਦਾਲੀ ਕੱਪੜਿਆਂ ਤੋਂ ਲਾਂਭੇ ਹੋ ਕੇ ਬੈਠ ਗਿਆ। ਉਹਨੇ ਯਕਦਮ ਆਪਣੀ ਫੌਜ ਨੂੰ ਹੁਕਮ ਕੀਤਾ ਕਿ 2 ਹਿੱਸਿਆਂ ਵਿੱਚ ਫੌਜ ਵੰਡ ਲਈ ਜਾਵੇ। ਕੁਝ ਫੌਜ ਨਵਾਬ ਭੀਖਣ ਖਾਂ ਦੀ, ਕੁਝ ਜ਼ੈਨ ਖਾਂ ਦੀ ਤੇ 1 ਲੱਖ ਫੌਜ ਅਹਿਮਦ ਸ਼ਾਹ ਅਬਦਾਲੀ ਦੀ। ਲਗਭਗ 1.5 ਲੱਖ ਤੋਂ ਲੈ ਕੇ ਪੌਣੇ 2 ਲੱਖ ਦੀ ਫੌਜ ਜਿਹੜੀ ਸੀ ਉਹ ਕੇਵਲ ਤੇ ਕੇਵਲ 50,000 ਉੱਤੇ ਜਾ ਕੇ ਹਮਲਾ ਕਰੇਗੀ। ਸਿੰਘਾਂ ਦੀ 50,000 ਗਿਣਤੀ ਹੈ ਲਗਭਗ, ਪਰ 50,000 ਲੜਾਕੂ ਸਿੰਘ ਨਹੀਂ ਹੈ। ਉਸ ਵਿੱਚ ਕੁਝ ਬੱਚੇ ਨੇ, ਕੁਝ ਇਸਤਰੀਆਂ ਨੇ, ਕੁਝ ਬਜ਼ੁਰਗ ਨੇ, ਕੁਝ ਬਿਮਾਰ ਨੇ। ਅਹਿਮਦ ਸ਼ਾਹ ਅਬਦਾਲੀ ਨੇ 2 ਹਿੱਸਿਆਂ ਵਿੱਚ ਫੌਜ ਵੰਡੀ, ਇੱਕ ਆਪਣੀ ਕਮਾਂਡ ਥੱਲੇ, ਇੱਕ ਆਪਣੇ ਵਜ਼ੀਰ ਸ਼ਾਹ ਵਲੀ ਵਜ਼ੀਰ ਦੀ ਕਮਾਂਡ ਥੱਲੇ। ਹੁਣ ਸ਼ਾਹ ਵਲੀ ਵਜ਼ੀਰ ਦੇ ਅੱਗੇ ਫਿਰ ਜਰਨੈਲ ਨੇ। ਉਹਦੇ ਕੋਲ ਇੱਕ ਜਰਨੈਲ ਹੈ ਸਰ ਬੁਲੰਦ ਖਾਂ ਔਰ ਇੱਕ ਹੈ ਜਹਾਨ ਖਾਨ। ਇਹਨੂੰ ਜਹਾਨ ਖਾਨ ਬਖਸ਼ੀ ਵੀ ਕਿਹਾ ਜਾਂਦਾ ਹੈ ਕਿਉਂਕਿ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੂੰ ਤਨਖਾਹ ਬਖਸ਼ਿਆ ਕਰਦਾ ਸੀ। ਇਸ ਕਾਰਨ ਇਹਦਾ ਨਾਮ ਜਹਾਨ ਬਖਸ਼ੀ ਖਾਂ ਵੀ ਕਿਹਾ ਜਾਂਦਾ ਹੈ। ਜਹਾਨ ਖਾਨ ਔਰ ਸਰ ਬੁਲੰਦ ਖਾਂ ਹਮਲਾ ਕਰਨ ਵਾਸਤੇ ਫੌਜਾਂ ਉੱਤੇ ਗਏ। ਇੱਕ ਨੇ ਸਿੱਧਾ ਹਮਲਾ ਕਰਨਾ ਹੈ, ਇੱਕ ਨੇ ਘੇਰਾ ਪਾ ਕੇ ਸਿੰਘਾਂ ਨੂੰ ਖਤਮ ਕਰਨਾ ਹੈ। ਸਿੰਘਾਂ ਸਾਹਮਣੇ ਕੁਝ ਮੁਸੀਬਤਾਂ ਹਨ। ਸਿੰਘਾਂ ਦੇ ਕੋਲ ਪਰਿਵਾਰ ਹੈ ਪਰ ਸਿੰਘਾਂ ਕੋਲ ਤੋਪਖਾਨਾ ਨਹੀਂ, ਸਿੰਘਾਂ ਕੋਲ ਬਹੁਤੇ ਸ਼ਸਤਰ ਨਹੀਂ। ਸਿੰਘ ਚਾਹ ਕੇ ਵੀ ਮੈਦਾਨ ਵਿੱਚੋਂ ਨਹੀਂ ਜਾ ਸਕਦੇ। ਉਹਨਾਂ ਹੁਣ 2 ਤਰੀਕੇ ਦੇ ਨਾਲ ਆਪਣੇ ਆਪ ਨੂੰ ਬਚਾਉਣਾ ਹੈ। ਇੱਕ ਤੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨਾਲ ਵੀ ਲੜਨਾ ਹੈ, ਇੱਕ ਆਪਣੇ ਪਰਿਵਾਰ ਨੂੰ ਅਗਾਂਹ ਬਰਨਾਲੇ ਵੱਲ ਨੂੰ ਘੱਲਣਾ ਹੈ। ਹੁਣ ਸਿੰਘ ਦੋਵਾਂ ਸਥਿਤੀਆਂ ਦੇ ਵਿੱਚ ਸਾਹਮਣਾ ਕਿਵੇਂ ਕਰ ਸਕਦੇ ਨੇ? ਇਹ ਹੁੰਦੀ ਹੈ ਕੌਮ ਦੇ ਉੱਤੇ ਜਦੋਂ ਵਿਪਤਾ ਪਵੇ ਤੇ ਕੌਮ ਦੇ ਆਗੂਆਂ ਦਾ ਹੈ ਉਹ ਇਹ ਜ਼ਿੰਮੇਵਾਰੀ ਬਣਦੀ ਇੱਕ ਪਲਾਨ ਤਿਆਰ ਕਰਨਾ, ਇੱਕ ਵਿਉਂਤ ਤਿਆਰ ਕਰਨਾ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਇਹਦੇ ਵਿੱਚ 11 ਮਿਸਲਾਂ ਮੌਜੂਦ ਸਨ। ਮੈਂ ਮਿਸਲਾਂ ਦਾ ਵਿਸ਼ਾ ਨਹੀਂ ਛੇੜਿਆ, 40-20 ਮਿੰਟ ਦਾ ਸਮਾਂ ਬਚਿਆ ਤੇ ਮੈਂ ਚਾਹਣਾ ਵੀ 2 ਵਾਰਾਂ ਘੱਟੋ ਘੱਟ ਮੈਂ ਸਮੇਂ ਵਿੱਚ ਕਹਿ ਜਾਵਾਂ, ਉਸ ਤੋਂ ਬਾਅਦ ਮੈਂ ਆਪ ਜੀ ਤੋਂ ਆਗਿਆ ਲੈ ਲੈਣੀ ਹੈ। ਇਹਦੇ ਵਿੱਚ 11 ਮਿਸਲਾਂ ਮੌਜੂਦ ਨੇ ਪਰ ਫੂਲਕੀਆਂ ਦੀ ਮਿਸਲ ਮੌਜੂਦ ਨਹੀਂ। ਹੁਣ ਸਿੰਘਾਂ ਨੇ ਪਰਿਵਾਰ ਵੀ ਬਚਾਉਣਾ ਤੇ ਲੜਨਾ ਵੀ ਹੈ। ਸਰ ਬੁਲੰਦ ਖਾਂ ਮੈਦਾਨ ਵਿੱਚ ਅੱਗੇ ਵਧਿਆ ਤੇ ਇਧਰਲੇ ਪਾਸਿਓਂ ਵਧਿਆ ਸਰਦਾਰ ਬੁੱਢਾ ਸਿੰਘ ਦਾ ਪੁੱਤਰਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ, ਸਤਿਕਾਰਯੋਗ ਸਰਦਾਰ ਚੜਤ ਸਿੰਘ। ਉਹ ਸਰ ਬੁਲੰਦ ਖਾਂ ਦੇ ਸਾਹਮਣੇ ਜਾ ਹੋਇਆ। ਵਿਦਵਾਨ ਸੱਜਣ ਲਿਖਦਾ ਨਜ਼ਰ ਪੈ ਗਿਆ ਬੁਲੰਦ ਖਾਂ ਸਿੰਘ ਕਿਆ ਲਲਕਾਰ, ਉਹ ਤਕੜਾ ਹੋ ਜਾ ਗਾਜ਼ੀਆ ਜੰਨਤ ਨੂੰ ਤਿਆਰ। ਦਾਗੀ ਗੋਲੀ ਸਿੰਘ ਨੇ 7 ਕਰਤਾਰ ਉਚਾਰ, ਛਾਤੀ ਤਵੀਆਂ ਬੀੜੀਆਂ ਨਿਕਲੀ ਪਾਰ ਦੁਸਾਰ। ਡਿੱਗਾ ਧਰਤ ਬੁਲੰਦ ਖਾਂ ਝੱਲਿਆ ਗਿਆ ਨਾ ਵਾਰ, ਨਸ ਗਏ ਗਾਜ਼ੀ ਕੰਡ ਦੇ ਡਿੱਗਾ ਤੱਕ ਸਰਦਾਰ। ਸੋਹਣੀ ਕੀਤੀ ਸੀਤਲਾ ਚੜਤ ਸਿੰਘ ਸਰਦਾਰ, ਉਹ ਰੱਖੂ ਯਾਦ ਬਹਾਦਰੀ ਪਰਲੋ ਤੱਕ ਸੰਸਾਰ। ਸਰਦਾਰ ਚੜਤ ਸਿੰਘ ਦੇ ਗੋਲੀ ਨਾਲ ਸਰ ਬੁਲੰਦ ਖਾਂ ਧਰਤੀ ਤੇ ਜਾ ਪਿਆ। ਸਰ ਬੁਲੰਦ ਖਾਂ ਧਰਤੀ ਤੇ ਡਿੱਗਾ ਤੇ ਸਰਦਾਰ ਚੜਤ ਸਿੰਘ ਦਾ ਐਸਾ ਕਹਿਰੀ ਹੱਲਾ ਸੀ ਕਿ ਅਹਿਮਦ ਸ਼ਾਹ ਅਬਦਾਲੀ ਦੇ ਸਾਹਮਣੇ ਸਰਦਾਰ ਚੜਤ ਸਿੰਘ ਹੋ ਗਿਆ। ਉਹਨੇ ਆਖਿਆ ਅਹਿਮਦ ਸ਼ਾਹ ਅਬਦਾਲੀ, ਬਗਾਨੀਆਂ ਮਾਵਾਂ ਦੇ ਪੁੱਤ ਮਰਾਉਣ ਨਾਲੋਂ ਚੰਗਾ ਹੈ ਸਰਦਾਰ ਬੁੱਢਾ ਸਿੰਘ ਦਾ ਪੋਤਰਾ ਤੈਨੂੰ ਮੈਦਾਨੇ ਜੰਗ ਵਗਾਰਦਾ ਹੈ। ਮਰਦ ਦਾ ਜਣਿਆ ਹੈ ਤੇ ਮੇਰੇ ਸਾਹਮਣੇ ਤੇਗ ਲੈ ਕੇ ਆ। ਅਹਿਮਦ ਸ਼ਾਹ ਅਬਦਾਲੀ ਦੇ ਪੈਰ ਉਖੜ ਗਏ।
ਇਹਨੇ ਘੋੜੇ ਨੂੰ ਅੱਡੀ ਲਾਈ ਤੇ ਮੈਦਾਨੇ ਜੰਗ ਵਿੱਚੋਂ ਨੱਠ ਗਿਆ। ਹੁਣ ਜਹਾਨ ਖਾਨ ਸਿੰਘਾਂ ਉੱਤੇ ਵਧਣ ਲੱਗਾ ਹੈ ਤੇ ਇਧਰੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸੁਲਤਾਨ ਉਲ ਕੌਮ ਕਰਕੇ ਮਰਜੀਵੜਿਆਂ ਨੂੰ ਇਕੱਠੇ ਇੱਕ ਵੰਗਾਰ ਪਾ ਰਿਹਾ ਹੈ, ਕੌਮੀ ਪਰਵਾਨਿਆਂ ਨੂੰ ਇੱਕ ਜੋਸ਼ੀਲੀ ਤਕਰੀਰ ਕਰ ਰਿਹਾ ਹੈ। ਕੀ ਕਹਿ ਰਿਹਾ ਸੀ ਸਰਦਾਰ ਜੱਸਾ ਸਿੰਘ? ਸੁਣਿਓ ਉਸ ਵੇਲੇ ਦਾ ਸੀਨ। ਮਨਵੀਰ ਸਿੰਘ ਬੀਏ ਪਹੁਵਿੰਡ ਦਾ ਢਾਡੀ ਥਾਣਾ ਸ਼ਬਦਾਂ ਵਿੱਚ ਇਉਂ ਬਿਆਨ ਕਰਦਾ। हाँ जस्सा सिंह सरदार ने कर लई चढ़ाई, हाँ जस्सा सिंह सरदार ने कर लई चढ़ाई। हो जस्सा सिंह सरदार ने कर लई चढ़ाई, जस्सा सिंह सरदार ने कर लई चढ़ाई। हो जस्सा सिंह सरदार ने कर लई चढ़ाई। ओ पढ़ के चंडी वार उस चंडी चमकाई, हाँ पढ़ के चंडी वार उस चंडी चमकाई। हाँ पढ़ के चंडी वार वो चंडी चमकाई, हाँ पढ़ के चंडी वार उस चंडी चमकाई। फेर दल विच पल्ला फेरिया होया सुनाई। हो फेर दल विच पल्ला फेरिया आख सुनाई, हाँ दल विच पल्ला फेरिया आख सुनाई। हाँ गल विच पल्ला फेरिया आख सुनाई, हाँ गल विच पल्ला फेरिया आख सुनाई। अज ਸਿੰਘੋ जे कर पंथ दी तुसा रख विखाई, अज ਸਿੰਘੋ जे कर पंथ दी तुसा रख विखाई। हाँ ਸਿੰਘੋ तुसा पंथ दी, आज ਸਿੰਘੋ तुसा पंथ दी, पंथ दियो तुसा रख विखाई। तां याद रहू इतिहास विच ये नेक कमाई, तां याद रहू इतिहास विच ये नेक कमाई। याद रहू इतिहास विच ये नेक कमाई, याद रहू इतिहास विच ये नेक कमाई।
ਤੁਸੀਂ ਕਲਗੀਧਰ ਦੇ ਲਾਡਲੇ ਤੁਸੀਂ ਕਲਗੀਧਰ ਦੇ ਲਾਡਲੇ ਅਜੀਤ ਦੇ ਭਾਈਆ ਅਜੀਤ ਦੇ ਭਾਈ ਜੋ ਪੰਥ ਮਕਾਵਣ ਕਾਬਲੋਂ ਕਰ ਆਏ ਧਾਈ ਜੋ ਪੰਥ ਮਕਾਵਣ ਕਾਬਲੋਂ ਕਰ ਆਏ ਧਾਈ ਹੋ ਪੰਥ ਮੁਕਾਵਣ ਕਾਬਲੋਂ ਕਰ ਆਏ ਤਾਈ ਪੰਥ ਮੁਕਾਵਣ ਹੋ ਪੰਥ ਮੁਕਾਵਣ ਕਾਬਲੋਂ ਕਰ ਆਏ ਤਾਈ ਹੋ ਪੰਥ ਮੁਕਾਵਣ ਕਾਬਲੋਂ ਕਰ ਆਏ ਤਾਈ ਤੁਸੀਂ ਕਾਲ ਬਣੋ ਅੱਜ ਉਹਨਾਂ ਦਾ ਕਰ ਦਿਓ ਸਫਾਈ ਹਾਂ ਕਾਲ ਬਣੋ ਅੱਜ ਉਹਨਾਂ ਦਾ ਕਰ ਦਿਓ ਸਫਾਈ ਹੋ ਨਾਲ ਬਣੋ ਅੱਜ ਉਹਨਾਂ ਦਾ ਕਰ ਦਿਓ ਸਫਾਈ ਹੋ ਨਾਲ ਬਣੋ ਅੱਜ ਉਹਨਾਂ ਦਾ ਕਰ ਦਿਓ ਸਫਾਈ ਹੋ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਇੱਕ ਬੜੀ ਜੋਸ਼ੀਲੀ ਤਕਰੀਰ ਸੀ ਜਿਨੇ ਢੱਠਿਆ ਹੋਇਆ ਦਿਲਾਂ ਨੂੰ ਧਰਵਾਸ ਦੇ ਦਿੱਤਾ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਆਖਿਆ ਮਰਦੋ ਅੱਜ ਇਹ ਨੇਕ ਕਮਾਈ ਕਰ ਜਾਓਗੇ ਤੇ ਰਹਿੰਦੀ ਦੁਨੀਆ ਤੱਕ ਤੁਹਾਡਾ ਨਾਮ ਲਿਆ ਜਾਵੇਗਾ। ਅੱਜ ਇੱਕ ਬੜਾ ਭਿਆਨਕ ਹਾਦਸਾ ਰਾਤ ਵਾਪਰਿਆ। ਦੀਪ ਸਿੱਧੂ ਬਾਰੇ ਤੁਸੀਂ ਸਾਰਿਆਂ ਨੇ ਪਤਾ ਹੈ, ਸਾਰੇ ਜਾਣਦੇ ਹੋ। ਮੈਂ ਬੇਨਤੀ ਕਰ ਲਗਾ ਜਿਹੜਾ ਨੇਕ ਕੰਮ ਕਰ ਜਾਵੇ ਰਹਿੰਦੀ ਦੁਨੀਆ ਤੱਕ ਯਾਦ ਰਹਿ ਜਾਂਦਾ ਹੈ। ਜਿਹੜਾ ਮਾੜਾ ਕੰਮ ਕਰੇ ਯਾਦ ਉਹ ਵੀ ਰਹਿੰਦਾ ਹੈ ਪਰ ਉਹਨੂੰ ਸਦਾ ਲਾਹਣਤਾਂ ਪੈਂਦੀਆਂ ਨੇ ਤੇ ਨੇਕ ਕੰਮ ਕਰਨ ਵਾਲਿਆਂ ਦੀ ਸਦਾ ਸਿਫਤ ਹੋਇਆ ਕਰਦੀ ਹੈ। ਸ਼ੰਭੂ ਬਾਰਡਰ ਉੱਤੇ ਜੇ ਪਹਿਲਾਂ ਸਭ ਤੋਂ ਮੋਰਚਾ ਕਿਸੇ ਨੇ ਲਾਇਆ ਤੇ ਦੀਪ ਸਿੱਧੂ ਨੇ ਲਾਇਆ। ਲੰਬੇਰਾ ਸਮਾਂ ਉਸ ਮਰਦ ਨੇ ਮੋਰਚਾ ਸੰਭਾਲਿਆ। ਸਾਡੀਆਂ ਕਿਸਾਨ ਜਥੇਬੰਦੀਆਂ ਨੇ ਵੀ ਸਾਥ ਦੇਣਾ ਸ਼ੁਰੂ ਕੀਤਾ। ਇੱਕ ਬੜਾ ਵੱਡਾ ਪਲੇਟਫਾਰਮ ਸੀ ਕੁੰਡਲੀ ਬਾਰਡਰ ਦਾ, ਸਿੰਘੂ ਬਾਰਡਰ ਦਾ, ਜਿਸ ਉੱਤੇ ਬੈਠ ਕੇ ਤੁਸੀਂ ਲਗਭਗ 1.25 ਸਾਲ ਤਪੱਸਿਆ ਕੀਤੀ ਤੇ ਤੁਹਾਡੀ ਤਪੱਸਿਆ ਸਫਲ ਹੋ ਗਈ ਕਿਉਂਕਿ ਤੁਹਾਡੇ ਵਿੱਚ ਏਕਤਾ ਸੀ। ਜਿਹੜੀ ਏਕਤਾ ਹੁੰਦੀ ਹੈ ਨਾ, ਯੂਨਿਟੀ ਦਾ ਸਟਰੈਂਥ, ਏਕਤਾ ਵਿੱਚ ਬਲ ਹੁੰਦਾ ਹੈ। ਏਕਤਾ ਦੇ ਨਾਲ ਵੱਡੇ ਵੱਡੇ ਪਹਾੜ ਢਾਏ ਜਾ ਸਕਦੇ ਨੇ। ਤੁਸੀਂ ਕੀਤੇ ਨੇ ਦੇ ਘੱਲੂਘਾਰੇ ਵਿੱਚ ਵੀ ਜਿਹੜਾ ਸਿਰੜ ਕੰਮ ਕੀਤਾ ਉਹ ਸਿੰਘਾਂ ਦੀ ਏਕਤਾ ਦਾ ਸੀ। ਜੇ ਅਹਿਮਦ ਸ਼ਾਹ ਅਬਦਾਲੀ ਮੈਦਾਨੇ ਜੰਗ ਵਿੱਚੋਂ ਕੰਨਾਂ ਨੂੰ ਹੱਥ ਲਾ ਕੇ ਨਿਕਲਿਆ ਤੇ ਇਹੀ ਕਾਰਨ ਸੀ ਕਿ ਸਿੰਘਾਂ ਦੀ ਏਕਤਾ ਸੀ। ਉਹ ਦੀਪ ਸਿੱਧੂ ਵੀਰ ਰਾਤ ਭਿਆਨਕ ਉਹਦਾ ਹਾਦਸਾ ਐਕਸੀਡੈਂਟ ਹੋਇਆ ਜਿਸ ਵਿੱਚ ਉਹ ਕਾਲ ਚਲਾਣਾ ਕਰ ਗਿਆ। ਸਤਿਗੁਰੂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਸ਼ਾਂਤੀ ਬਖਸ਼ੇ। ਇੱਕ ਵਾਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਇੱਕ ਕਹਿਰੀ ਹੱਲਾ ਸੀ ਜਿਹੜਾ ਜਹਾਨ ਖਾਨ ਦੇ ਉੱਤੇ ਕੀਤਾ। ਤੁਸੀਂ ਸੂਰਤ ਟਿਕਾ ਕੇ ਬੈਠੇ ਹੋ, ਮੈਂ ਕੁਝ ਕਮੈਂਟ ਹੀ ਤੁਹਾਡੇ ਵਿੱਚ ਰਹਿਣਾ ਤੇ ਲਾਂਭੇ ਹੋ ਜਾਣਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਤੀ ਪੁੱਤਰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਜਹਾਨ ਖਾਨ ਉੱਤੇ ਹਮਲਾ ਕੀਤਾ। ਇਸ ਨਕਸ਼ੇ ਨੂੰ ਸੀਤਲ ਸਾਹਿਬ ਨੇ ਬੜੇ ਸੋਹਣੇ ਸ਼ਬਦਾਂ ਵਿੱਚ ਖਿੱਚਿਆ ਹੈ। ਉਹਨਾਂ ਇੱਕ ਸਵਈਆ ਲਿਖਿਆ, ਸਵਈਆ, ਤੇ ਸਵਈਏ ਦੀ ਚਾਲ ਬੜੀ ਪਿਆਰੀ ਹੈ। ਸਵਈਆ ਤੁਸੀਂ ਸਾਰੇ ਸਿੱਖ ਪੜ੍ਹਦੇ ਹੋ, ਜਿਹੜੇ ਰਹਿ ਰਸ ਕਰਦੇ ਨੇ ਰੋਜ਼ਾਨਾ ਹੀ ਪੜ੍ਹਦੇ ਨੇ। ਦਸਮ ਪਾਤਸ਼ਾਹ ਦਾ ਲਿਖਿਆ ਹੋਇਆ ਸਵਈਆ, ਉਹਨੂੰ ਪੜ੍ਹਨ ਦੀ ਇੱਕ ਚਾਲ ਹੈ। ਉਹ ਕਈ ਚਾਲਾਂ ਵਿੱਚੋਂ ਇੱਕ ਚਾਲ ਸਾਂਝੀ ਕਰ ਲੱਗਾ। ਸਵਈਆ ਇਸ ਤਰ੍ਹਾਂ ਪੜਿਆ ਜਾਂਦਾ ਹੈ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੈ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇੱਕ ਨਾ ਮਾਨਿਓ, ਸਿਮਰਤ ਸਾਸਤਰ ਵੇਦ ਸਭੈ ਬਹੁ ਭੇਦ ਕਹੇ ਹਮ ਇੱਕ ਨਾ ਜਾਣਿਓ, ਸੀਰੀਅਸ ਪਾਣ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਤੇ ਸਵਈਆ ਲਿਖਿਆ ਕਵੀ ਸੰਤੋਖ ਸਿੰਘ ਨੇ। ਉਹ ਦਸਮ ਪਾਤਸ਼ਾਹ ਨੂੰ ਸ਼ਰਧਾ ਦੇ ਬੋਲ ਭੇਟ ਕਰਦੇ ਲਿਖਦੇ ਨੇ। ਉਹ ਕਹਿੰਦੇ ਹਰ ਗੋਬਿੰਦ ਨੰਦਨ ਨੰਦਨ ਕੋ ਅਭਿਨੰਦਨ ਕੇ ਪਦ ਜੇ ਅਰ ਬਿੰਦੂ। ਸਵਈਆ ਇਸ ਤਰ੍ਹਾਂ ਜਿਵੇਂ ਆਕਾਸ਼ ਤੋਂ ਪਾਣੀ ਧਰਤੀ ਤੇ ਡਿੱਗਦਾ ਹੋਵੇ ਤੇ ਵਿੱਚ ਕੋਈ ਰੁਕਾਵਟ ਨਾ ਪਵੇ। ਉਹ ਕਹਿੰਦੇ ਹਰ ਗੋਬਿੰਦ ਨੰਦਨ ਨੰਦਨ ਕੋ ਅਭਿਨੰਦਨ ਕੇ ਪਦ ਜੇ ਅਰ ਬਿੰਦੂ,
ਦੁਖ ਦੋਂਦਨ ਕੰਦਨ ਆਨੰਦ ਕੰਦ ਮਕੰਦ ਬਿਲੰਦ ਕਰੇ ਜਿਨ ਹਿੰਦੂ ਤੁਰਕਿੰਦ ਉਡਿੰਦ ਦਿਨਿੰਦ ਤਨੈ ਗੁਰੂ ਗੋਬਿੰਦ ਸਿੰਘ ਸਭੈ ਜਗ ਬਿੰਦੂ ਸਰਪਿੰਦ ਖਗਿੰਦ ਗਨਿੰਦ ਤੁਲੰਗ ਬਲਵੰਡ ਅਖੰਡ ਸੁਰਿੰਦ ਇੰਦੂ। ਹੁਣ ਸੀਤਲ ਸਾਹਿਬ ਨੇ ਸਵਈਆ ਲਿਖਿਆ, ਉਹ ਮੈਦਾਨੇ ਜੰਗ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦਾ ਤੇ ਜਹਾਨ ਖਾਨ ਦਾ ਟਾਕਰਾ ਲਿਖਦੇ ਨੇ। ਉਹ ਕਹਿੰਦੇ ਸਿੰਘ ਚੜੇ ਬਲ ਧਾਰ ਵੰਗਾਰ ਸਤਾਰ ਦਲਾਂ ਦੇ ਪਲਾਂ ਵਿੱਚ ਲਾਏ, ਤੀਰ ਬੰਦੂਕ ਚੱਲੇ ਜੋ ਇੰਦਰ ਕ੍ਰੋਧ ਚਾਣ ਗੜਾ ਬਰਸਾਏ, ਢੈਣ ਜਵਾਨ ਨਿਸ਼ਾਨ ਮੈਦਾਨ ਪ੍ਰਾਣ ਤਜੇ ਪਰ ਲੋਕ ਸਦਾਏ, ਖੂਨ ਚ ਲੱਥ ਪਲੱਥ ਪਏ ਜੋ ਹੋਲੀ ਚ ਬਾਕੇ ਗੁਲਾਲ ਨਹਾਏ। ਉਹ ਕਹਿੰਦੇ ਹਾਣ ਪਛਾਣ ਜਵਾਨ ਜੁੱਟੇ ਤੇ ਪਿਆਰ ਵੰਡਾਨ ਲੱਗੇ ਤਲਵਾਰੀ, ਲੋਹੇ ਤੇ ਲੋਹਾ ਇਉਂ ਖੜਕੇ ਜੋ ਘਾੜ ਕੜਨ ਠਟਿਆੜ ਬਜ਼ਾਰੀ, ਆ ਗੁੱਡੇ ਤੇ ਨਾਰ ਚਲੇ ਜੋ ਖੇਡਣ ਭੂਤ ਉਜਾੜ ਅੰਗਿਆਰੀ, ਗੇਰੂ ਪਹਾੜ ਤੇ ਮੀਂਹ ਵਰੇ ਤਿਉ ਵਹਿਣ ਲੱਗਾ ਜੋ ਖੂਨ ਚਲਾਰੀ। ਉਹ ਕਹਿੰਦੇ ਮਾਣ ਮਤਾ ਜਰਨੈਲ ਦੁਰਾਨੀ ਦਾ, ਖਾਨ ਜਹਾਨ ਜਵਾਨ ਪਠਾਨ ਮੈਦਾਨ ਚੋਂ ਨਸ ਪ੍ਰਾਣ ਬਚਾਏ, ਮਾਣ ਮਤਾ ਜਰਨੈਲ ਦਰਾਨੀ ਦਾ ਕੰਡ ਵਿਖਾਏ ਗਿਆ ਫਟ ਖਾਏ, ਸੀਤਲ ਸਿੰਘ ਬੁੱਕੇ ਰਣ ਵਿੱਚ ਤਾਂ ਕਾਲ ਬਲੀ ਵੀ ਨਾ ਸਣ ਮੁਖਿਆਏ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਸਾਹਮਣੇ ਜਹਾਨ ਖਾਨ ਬਹੁਤਾ ਚਿਰ ਠਹਿਰ ਨਾ ਸਕਿਆ, ਮੈਦਾਨੇ ਜੰਗ ਵਿੱਚੋਂ ਹਰਨ ਹੋ ਗਿਆ ਔਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਇਧਰ ਲੜ ਰਿਹਾ ਸੀ ਜਾਂ ਸ਼ਾਹ ਵਲੀ ਵਜ਼ੀਰ ਖਾਨ ਵਰਗਿਆਂ ਨੇ, ਜ਼ੈਨ ਖਾਨ ਦੇ ਭੀਖਣ ਖਾਂ ਵਰਗਿਆਂ ਨੇ ਜਿਹੜਾ ਸਿੰਘਾਂ ਦੀ ਵਹੀਰ ਸੀ ਉਹਦੇ ਉੱਤੇ ਹਮਲਾ ਬੋਲ ਦਿੱਤਾ। ਜਿਹੜੀਆਂ ਗਰਭਵਤੀ ਬੀਬੀਆਂ ਸਨ ਨਾ ਸਿੰਘਾਂ ਦੀਆਂ, ਉਹਨਾਂ ਦੇ ਪੇਟਾਂ ਵਿੱਚ ਨੇਜ਼ੇ ਮਾਰ ਮਾਰ ਕੇ ਜ਼ੈਨ ਖਾਂ ਵਰਗਿਆਂ ਜਿਉਂਦੇ ਬੱਚੇ ਪਿਛਾਂ ਪਰੋ ਕੇ ਖਿੱਚੇ ਤੇ ਅਹਿਮਦ ਸ਼ਾਹ ਅਬਦਾਲੀ ਦੇ ਸਾਹਮਣੇ ਨੇਜ਼ਾ ਉੱਚਾ ਕਰਕੇ ਆਖਿਆ, ਸ਼ਾਹ ਜੀ ਆ ਕਾਫਰ ਜੰਮਣ ਵਾਲੇ ਸੀ, ਅਸੀਂ ਜੰਮਣ ਤੋਂ ਪਹਿਲਾਂ ਖਤਮ ਕਰ ਦਿੱਤੇ। ਜਿੱਥੇ ਖਾਲਸੇ ਦਾ ਵੱਡਾ ਨੁਕਸਾਨ ਹੋਇਆ ਜਾਂ ਖਾਲਸਾਈ ਫੌਜ ਅੱਗੇ ਨੂੰ ਵਧਦੀ ਹੈ, ਵਹੀਰ ਅੱਗੇ ਨੂੰ ਵਧਦਾ ਜਾਂਦਾ ਹੈ ਤੇ ਕਿਸੇ ਪਰਿਵਾਰ ਨੇ ਜਾਂ ਬੀਬੀਆਂ ਬਜ਼ੁਰਗ ਬੱਚਿਆਂ ਨੇ ਇੱਕ ਬਾਜਰੇ ਦੇ ਝੱਲਾਂ ਵਿੱਚ ਸਮਝਿਆ ਕਿ ਅਸੀਂ ਮਹਿਫੂਜ਼ ਹੋ ਜਾਵਾਂਗੇ, ਬਾਜਰੇ ਦੇ ਝੱਲਾਂ ਵਿੱਚ ਵੜੇ। ਬਾਹਰੋਂ ਸ਼ਾਹ ਵਲੀ ਵਜ਼ੀਰ ਖਾਨ ਜ਼ੈਨ ਖਾਨ ਦੇ ਭੀਖਣ ਖਾਂ ਵਰਗਿਆਂ ਨੇ ਬਾਜਰੇ ਦੇ ਝੱਲਾਂ ਨੂੰ ਅੱਗ ਲਾ ਦਿੱਤੀ, ਵਿੱਚੇ ਜੂੰਦੇ ਸਾਰੇ ਸੜ ਗਏ। ਬੱਚੇ ਛੋਟੇ ਛੋਟੇ, ਉਤੋਂ ਚੀਕਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ, ਬੀਬੀਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ, ਉੱਥੇ ਕੀਰਨੇ ਪੈ ਰਹੇ ਸਨ ਜਾਂ ਜੂੰਦੇ ਪਰਿਵਾਰਾਂ ਨੂੰ ਅੱਗ ਲਾ ਦਿੱਤੀ ਗਈ। ਜਿੱਥੇ ਬਹੁਤ ਵੱਡਾ ਖਾਲਸੇ ਦਾ ਨੁਕਸਾਨ ਹੋਇਆ, ਲਗਭਗ 35,000 ਇਹ ਸਿੰਘਾਂ ਦਾ ਨੁਕਸਾਨ ਹੋਇਆ ਇੱਕ ਦਿਨ ਦੇ ਵਿੱਚ। ਤਾਂ ਕਰਕੇ ਇਸ ਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ। ਪਹਿਲਾ ਘੱਲੂਘਾਰਾ 1746 ਦੇ ਵਿੱਚ ਹੋਇਆ, ਦੂਸਰਾ ਘੱਲੂਘਾਰਾ 1762 ਦੇ ਵਿੱਚ। ਇਹ ਕੌਮ ਕੈਸੀ ਹੈ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੈਦਾ ਹੀ ਐਸੇ ਕੀਤੇ ਨੇ ਕਿ ਦੁਨੀਆ ਤੇ ਇਹਨਾਂ ਦੀ ਕੋਈ ਰੀਸ ਨਹੀਂ ਕਰ ਸਕਦਾ। ਜਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਸਰਦਾਰ ਸ਼ਾਮ ਸਿੰਘ ਨਾਰਲਾ ਲੋਹੇ ਦੇ ਚਣੇ ਚਬਾ ਰਹੇ ਸਨ ਦੁਸ਼ਮਣਾਂ ਨੂੰ। ਕਿਸੇ ਸਿੱਖ ਨੇ ਆ ਕੇ ਆਖਿਆ, ਜਥੇਦਾਰ ਜੀ ਅਸੀਂ ਲੋਕਾਂ ਦੀਆਂ ਧੀਆਂ ਭੈਣਾਂ ਛਡਾਈਆਂ ਪਰ ਅੱਜ ਸਾਡੇ ਨਾਲ ਹੀ ਧੱਕਾ ਹੋ ਚੱਲਿਆ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਆਖਿਆ, ਉਹ ਹੋਇਆ ਕੀ? ਉਹਨੇ ਆਖਿਆ, ਜਥੇਦਾਰ ਜੀ ਅਹਿਮਦ ਸ਼ਾਹ ਅਬਦਾਲੀ ਦਾ ਮੰਨਿਆ ਪਰਮੰਨਿਆ ਵਜ਼ੀਰ ਸ਼ਾਹ ਵਲੀ ਸਾਡੇ ਸਿੰਘਾਂ ਦੀਆਂ ਬੀਬੀਆਂ ਨੂੰ ਬੰਨ ਕੇ ਤੇ ਗਜ਼ਨੀ ਦੇ ਬਾਜ਼ਾਰਾਂ ਨੂੰ ਖੜਨ ਵਾਸਤੇ ਤਿਆਰ ਹੈ। ਬਸ ਸਿੰਘਾਂ ਦੇ ਸੌਣ ਦੀ ਦੇਰ ਸੀ, ਨੇਤਰਾਂ ਵਿੱਚੋਂ ਖੂਨ ਉਤਰ ਆਇਆ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਸਰਦਾਰ ਸ਼ਾਮ ਸਿੰਘ ਨਾਰਲੇ ਨੂੰ ਹੁਕਮ ਕੀਤਾ ਕਿ ਉਹ ਸ਼ਾਹ ਵਲੀ ਦੇ ਨਾਲ ਟਾਕਰਾ ਲਵੇ, ਮੈਂ ਬਾਕੀ ਵਹੀਰ ਨੂੰ ਬਚਾ ਕੇ ਅਗਾਂਹ ਬਰਨਾਲੇ ਵਾਲੀ ਸਾਈਡ ਤੇ ਖੜਦਾ ਹਾਂ। ਜਾਂ ਸ਼ਾਹ ਵਲੀ ਵਜ਼ੀਰ ਦੇ ਟਾਕਰੇ ਵਾਸਤੇ ਸਰਦਾਰ ਸ਼ਾਮ ਸਿੰਘ ਨਾਰਲਾ ਬੱਧੀਆਂ ਹੋਈਆਂ ਟੱਕਾਂ ਛਡਾਉਣ ਵਾਸਤੇ ਆਇਆ ਤੇ ਦੋਵੇਂ ਧਿਰਾਂ ਗੁੱਥਮ ਗੁੱਥਾ ਹੋ ਗਈਆਂ। ਵਿਦਵਾਨ ਸੱਜਣ ਕਹਿੰਦਾ ਹੈ, ਉਹ ਕਹਿੰਦਾ ਹੋ ਕੇ ਆਮੋ ਸਾਹਮਣੇ ਦਲ ਦੋਵੇਂ ਜੁੱਟੇ, ਉੱਥੇ ਇੱਕਾਂ ਹੋਈਆਂ ਛਾਨਣੀ, ਕਈ ਮੱਥੇ ਫੁੱਟੇ, ਉੱਥੇ ਤੀਰ ਧਿਆਏ ਰੱਤ ਦੇ ਚਿੱਲਿਆਂ ਤੋਂ ਛੁੱਟੇ, ਉੱਥੇ ਸੀਰ ਧੜਾ ਤੋਂ ਲੈ ਕੇ ਤਾੜ ਰਹਿ ਗਏ ਬੁੱਟੇ। ਸਰਦਾਰ ਸ਼ਾਮ ਸਿੰਘ ਨਾਰਲੇ ਨੇ ਲਾਈ ਘੋੜੇ ਨੂੰ ਅੱਡੀ, ਲੱਗੀ ਨਗਾਰ ਦੇ ਚੋੜ, ਛੱਡ ਕੇ ਸਤਿ ਸ਼੍ਰੀ ਅਕਾਲ ਦਾ ਜਕਾਰਾ, ਸ਼ਾਹ ਵਲੀ ਵਜ਼ੀਰ ਤੇ ਹਮਲਾ ਕੀਤਾ। ਬੜਾ ਬਾਈ ਕੈਸੇ ਕਰ
ਸ਼ਾਮ ਸਿੰਘਿਆ ਹੋ ਸਾਕੇ ਹੋਣਗੇ ਵਿੱਚ ਮੈਦਾਨ ਦੇ ਖੰਡੇ ਧਰਦੇ ਦਲਾਂ ਦੇ ਮੋਰੀਆ ਸ਼ਾਮ ਸਿੰਘ ਸਰਦਾਰ ਕੋੜਾ ਛੇੜ ਕੇ ਗੱਲ ਪਿਆ ਮੇਰੀਆਂ ਦੇ ਜਾ ਨਾਲ ਉਸਦੇ ਅਕਾਲੀਆਂ ਦੀ ਫੌਜ ਸੀ ਨਾਲ ਉਸਦੇ ਅਕਾਲੀਆਂ ਦੀ ਫੌਜ ਸੀ ਫੌਜ ਦਾ ਨਾਮ ਸੁਣ ਕੰਬਦਾ ਖੁਦਾ ਰੂਪ ਧਾਰੀ ਅਮਰਾਜ ਦਾ ਆਣ ਪਏ ਰੂਪ ਧਾਰੀ ਮਹਾਰਾਜ ਦਾ ਆਣ ਵੇ ਹੋ ਦਿੱਤੀ ਪਲਾ ਵਿੱਚ ਪਰ ਲੋਲਿਆ ਬਣੇ ਹੋਏ ਸੀ ਨੇ ਹੱਥਿਆਂ ਦੀ ਮੌਤ ਜੋ ਬਣੇ ਹੋਏ ਸੀ ਨੇ ਹੱਥਿਆਂ ਦੀ ਮੌਤ ਹੋ ਬਣ ਮੌਤ ਗਏ ਉਹਨਾਂ ਦੀ ਸਿੰਘਿਆ ਆਏ ਹਿੰਦ ਵਿੱਚੋਂ ਕੁਫਰ ਮਟਾਉਣ ਨੂੰ ਆਏ ਹਿੰਦ ਵਿੱਚੋਂ ਕੁਫਰ ਮਟਾਉਣ ਨੂੰ ਹੋ ਦਿੱਤੇ ਤੇ ਗਲੇ ਜਨੇਊ ਗਲ ਪਾ ਮਾਰ ਸੁੱਕੀਆਂ ਹੋਏ ਸੁੱਕੀਆਂ ਸਰੀਰਾਂ ਵਿੱਚੋਂ ਕੱਢ ਲੈ ਤੇ ਬਿਜਲੀ ਜੋ ਮੋਰ ਜਗਰਾ ਮਾਰ ਸੁੱਕੀਆਂ ਸਰੀਰਾਂ ਵਿੱਚੋਂ ਕੱਢ ਦੇ ਸੁੱਕੀਆਂ ਸਰੀਰਾਂ ਵਿੱਚੋਂ ਕੱਢ ਦੇ ਤੇ ਬਿਜਲੀ ਜੋ ਬੁਰਜ ਗਰਾ ਮੜੇ ਹੋਏ ਸੀ ਸੰਜੋਆਂ ਵਿੱਚ ਕਾਬਲੀ ਮੜੇ ਹੋਏ ਸੀ ਸੰਜੋਆਂ ਵਿੱਚ ਕਾਬਲੀ ਜੱਜ ਤੇ ਸਿੰਘਾਂ ਦੂਸਰ ਲੰਘਾ
ਉਹਨਾਂ ਮਿਣ ਮਿਣ ਕੀਤੇ ਟੱਕਰੇ, ਉਹਨਾਂ ਮਿਣ ਮਿਣ ਕੀਤੇ ਟੱਕਰੇ, ਓ ਲਈਏ ਵੈਰੀ ਦੀਆਂ ਵੰਡੀਆਂ ਪਾ। ਪੈ ਗਈ ਜਾਣਦੀ ਵਜ਼ੀਰ ਸ਼ਾਹ ਵਲੀ ਨੂੰ, ਪੈ ਗਈ ਜਾਣਦੀ ਵਜ਼ੀਰ ਸ਼ਾਹ ਵਲੀ ਨੂੰ, ਉਹ ਮੱਗਾਂ ਦਿੱਤੀਆਂ ਪਿਛਾਂ ਨੂੰ ਪਵਾ। ਮਰਦ ਹੋਣ ਦੇ ਜਿਉਂਦੇ ਪਿੱਛੇ ਸੀਤਲਾ, ਮਰਦ ਹੋਣ ਦੇ ਜਿਉਂਦੇ ਪਿੱਛੇ ਸੀਤਲਾ, ਉਹ ਟੱਕਾਂ ਬੱਤੀਆਂ ਲੈਣ ਛੁਡਾ। ਯਾਦ ਰਹਿੰਦੀਆਂ ਰਹਿੰਦੀਆਂ ਯੋਧਿਆ ਤੇਰੀਆਂ, ਹਾਂ ਜੀ ਹਾਂ ਵਾਰਾ ਤੁਰੀਆਂ ਜਾ ਹੋ। ਸਮਾਂ ਲਗਭਗ ਸਮਾਪਤ ਹੈ, ਮੈਂ ਇਸ ਤੋਂ ਅੱਗੇ ਨਹੀਂ ਜਾਵਾਂਗਾ। ਇਤਨੀ ਬੇਨਤੀ ਕਰਾਂਗਾ, ਇਹ ਸਿੱਖ ਕੌਮ ਦਾ ਵੱਡਾ ਘੱਲੂਘਾਰਾ ਸੀ, ਜਿਸ ਵਿੱਚ ਇੱਕ ਦਿਨ ਦੇ ਵਿੱਚ ਲਗਭਗ ਸਾਡਾ 35,000 ਸਿੰਘ ਸਿੰਘਣੀਆਂ ਬੱਚੇ ਬਜ਼ੁਰਗ ਸ਼ਹੀਦ ਕੀਤੇ ਗਏ ਅਤੇ 7 ਮਹੀਨੇ ਨਹੀਂ ਸੀ ਪਏ। ਸਿੰਘਾਂ ਨੇ ਅਬਦਾਲੀ ਨੂੰ ਪਿਪਲੀ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਘੇਰਿਆ। ਏਡੀ ਵੱਡੀ ਜੰਗ ਹੋਈ ਕਿ ਅਹਿਮਦ ਸ਼ਾਹ ਅਬਦਾਲੀ ਦੀ ਉਸ ਵਿੱਚ ਨਤੀਜਾ ਹਾਰ ਦੇ ਰੂਪ ਵਿੱਚ ਨਿਕਲਿਆ। ਧਰਤੀ ਨੂੰ ਹੱਥ ਲਾ ਕੇ, ਕੰਨਾਂ ਨੂੰ ਹੱਥ ਲਾ ਕੇ ਕਹਿੰਦਾ ਸੀ, ਲਾਹੌਰ ਵਾਲਾ ਕੁਵਤ एक ऐसी कौम है किस मिट्टी दी बनी है, मैं मारदा मारदा खुद मर चलिया पर एक कौम खत्म नहीं हुई। सचमुच गुरु गोबिंद सिंह दी कौम नूं ना कोई खत्म कर सकिया ते ना कर सकेगा। असी नहीं सां पंथ उदों भी चढ़दी कला वे सी, असी हां ते पंथ हुण भी चढ़दी कला विच है, असी नहीं होवांगे ते पंथ सतां भी चढ़दी कला विच रवेगा। पंथ नूं फर्क नहीं पैंदा। ठीक है, कुछ ढाह लाउण वाले विच जम पैंदे ने गदार, ਉਹਨਾਂ ਕਾਰਨ ਕਦੇ ਕਦੇ ਪੰਥ ਵਿੱਚ ਥੋੜੀਆਂ ਜੀਆਂ ਮੁਸ਼ਕਲਾਂ ਆਇਆ ਵੀ ਕਰਦੀਆਂ ਨੇ। ਆਕਲਦਾਸ ਜੰਡਿਆਲੀਏ ਵਰਗੇ, ਹਰ ਭਗਤ ਨਰੰਜਨੀਆਂ ਵਰਗੇ ਅੱਜ ਵੀ ਸਾਡੇ ਵਿੱਚ ਬੜੇ ਬੈਠੇ ਨੇ। ਗੁਰੂ ਕਿਰਪਾ ਕਰੇ ਇਹਨਾਂ ਨੂੰ ਸਮਤ ਬਖਸ਼ੇ। ਸਤਿਕਾਰਯੋਗ ਡਾਕਟਰ ਸਰਦਾਰ ਸੁਖਦੇਵ ਸਿੰਘ ਜੀ ਸਟੇਜ ਸਕੱਤਰ ਸਾਹਿਬਾਨ, ਗੁਰੂ ਘਰ ਦੇ ਮੁੱਖ ਸੇਵਾਦਾਰ ਸਰਦਾਰ ਬੇਅੰਤ ਸਿੰਘ ਜੀ, ਗੁਰੂ ਘਰ ਦੇ ਗ੍ਰੰਥੀ ਸਿੰਘ ਭਾਈ ਤਰਸੇਮ ਸਿੰਘ ਜੀ, ਜਥੇਦਾਰ ਭਾਈ ਗੁਰਮੇਜ ਸਿੰਘ ਜੀ ਅਤੇ ਵੀਰ ਜੋਬਨ ਸਿੰਘ ਜੀ, ਇਹਨਾਂ ਸਾਰਿਆਂ ਦਾ ਧੰਨਵਾਦ। ਇਹਨਾਂ ਨੇ ਚੇਚਾ ਹੁਕਮ ਤੁਹਾਡਾ ਸਾਡੇ ਤੱਕ ਪਹੁੰਚਾਇਆ। ਗੁਰੂ ਕੀ ਸੰਗਤ ਦਾ ਧੰਨਵਾਦ ਹੈ। ਸਰਪੰਚ ਸਾਹਿਬ ਜੀ ਦੀਪ ਸਿੱਧੂ ਜੀ ਦੇ ਨਾਮ ਤੇ ਅਰਦਾਸ ਕਰਾ ਕੇ ਗਏ ਨੇ। ਗੁਰੂ ਕੀ ਸੰਗਤ ਇਹ ਐਸਾ ਜਵਾਨ ਸੀ ਜਿਹੜਾ ਇਹਨੂੰ ਨਹੀਂ ਵੀ ਮਿਲਿਆ ਨਾ, ਉਹਦੀ ਵੀ ਅੱਖ ਅੱਜ ਨਮ ਹੋਈ ਪਈ ਸੀ। ਜਿਹੜਾ ਇਹਨੂੰ ਨਹੀਂ ਵੀ ਸੀ ਜਾਣਦਾ ਉਹ ਵੀ ਰੋ ਰਿਹਾ ਸੀ। ਕੌਮ ਦੇ ਐਸੇ ਜੁਝਾਰੂਆਂ ਦੇ ਨਾਲ ਅਕਸਰ ਇਦਾਂ ਹੀ ਹੁੰਦਾ ਵੀ ਜਿਹੜੇ ਕੌਮ ਲਈ ਮਰਦੇ ਨੇ ਨਾ, ਉਹਨਾਂ ਲਈ ਕੋਈ ਮਰਨ ਲਈ ਤਿਆਰ ਨਹੀਂ ਹੁੰਦਾ। ਇਹ ਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ 25,000 ਲਾਵਾਰਸ ਲਾਸ਼ਾਂ ਦਾ ਹਿਸਾਬ ਮੰਗਦਾ ਮੰਗਦਾ ਖੁਦ ਇੱਕ ਲਾਸ਼ ਬਣ ਕੇ ਰਹਿ ਗਿਆ। ਕਿਸੇ ਨੇ ਉਹਦੀ ਸਾਰ ਖਬਰ ਨਹੀਂ ਲਈ। ਹੋਣਾ ਹੁਣ ਵੀ ਇਸੇ ਤਰ੍ਹਾਂ ਹੀ ਆ। ਕੋਈ ਇਸ ਦੇ ਬਾਰੇ ਜਾਣਕਾਰੀ ਨਹੀਂ ਇਕੱਠੀ ਕੀਤੀ ਜਾਣੀ, ਕੋਈ ਤਫਤੀਸ਼ ਨਹੀਂ ਹੋਣੀ, ਬਸ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਸੁੱਟ ਦਿੱਤੀ ਜਾਣੀ ਹੈ। ਇਹ ਮਰਦ ਮਰ ਗਿਆ, ਕਿਸੇ ਨੂੰ ਇਹਦੇ ਨਾਲ ਕੀ। ਐਸੇ ਕਈ ਆਏ ਨੇ ਜਿਹਨੇ ਲਾਲ ਕਿਲੇ ਦੇ ਝੰਡਾ ਝੁਲਾ ਦਿੱਤਾ। ਮੈਂ ਅਕਸਰ ਵਿਚਾਰਦਾ, ਵੀਰ ਜੋਬਨ ਸਿੰਘ ਫੌਜੀ ਹੈ, ਵੀ ਸਾਡੇ ਫੌਜੀਆਂ ਨੂੰ ਜਦੋਂ ਸਾਡੇ ਪੰਜਾਬੀ ਪੁੱਤਰਾਂ ਨੂੰ ਬਾਰਡਰ ਦੇ ਉੱਤੇ ਲੜਾਉਣਾ ਹੁੰਦਾ ਨਾ, ਲੇਹ ਲਦਾਖ ਦੀਆਂ ਪਹਾੜੀਆਂ, ਜੰਮੂ ਕਸ਼ਮੀਰ ਦੇ ਬਾਰਡਰਾਂ ਉੱਤੇ, ਉਦੋਂ ਕਹਿੰਦੇ ਤੁਸੀਂ ਕੇਸਰੀ ਨਿਸ਼ਾਨ ਸਾਹਿਬ ਲਾ ਲਓ, ਤਾਂ ਕਿ ਤੁਸੀਂ ਕੇਸਰੀ ਨਿਸ਼ਾਨ ਸਾਹਿਬ ਲਾ ਕੇ ਤੁਹਾਡੇ ਵਿੱਚ ਹੌਸਲਾ ਵੱਧ ਜਾਵੇ। ਸਾਨੂੰ ਇਮੋਸ਼ਨਲ ਬਲੈਕਮੇਲ ਕਰਦੇ ਨੇ ਉਹ। ਪਰ ਗੁਰੂ ਕੀ ਸੰਗਤ, ਜੇ ਉਸ ਮਰਦ ਨੇ ਲਾਲ ਕਿਲੇ ਤੇ ਝੰਡਾ ਝੁਲਾਇਆ, ਫਿਰ ਉਹਨੂੰ ਇੰਟੈਰੋਗੇਟ ਕੀਤਾ ਗਿਆ, ਰੱਜ ਕੇ ਕੀਤਾ ਗਿਆ, ਉਹਨੂੰ ਰਿਮਾਂਡ ਤੇ ਵੀ ਰੱਖਿਆ ਗਿਆ। ਬੜੀਆਂ ਮੁਸ਼ਕਲਾਂ ਆਈਆਂ। ਅਰਦਾਸ ਕਰਿਓ ਪ੍ਰਮਾਤਮਾ ਉਸ ਨੂੰ ਵੀ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਗੁਰੂ ਕੀ ਸਮੁੱਚੀ ਸੰਗਤ ਦਾ ਧੰਨਵਾਦ ਹੈ ਔਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਮ ਰੋਮ ਕਰਕੇ ਧੰਨਵਾਦ।
ਸਰਪੰਚ ਸਰਦਾਰ ਸੁਖਵਿੰਦਰ ਸਿੰਘ ਜੀ ਸਿੱਧੂ ਉਹ ਦੀਪ ਸਿੱਧੂ ਬਾਈ ਦੇ ਨਾਮ ਤੇ ਬੇਅੰਤ ਪਿਆਰ ਭੇਜ ਕੇ ਗਏ ਨੇ ਔਰ ਮਰਦ ਸੀ, ਉਹਦੇ ਨਾਂ ਤੇ ਅਰਦਾਸਾਂ ਹੋਇਆ ਵੀ ਕਰਨੀਆਂ, ਪ੍ਰਮਾਤਮਾ ਉਸ ਨੂੰ ਔਰ ਉਹਦੇ ਪਰਿਵਾਰ ਨੂੰ ਹੁਣ ਭਾਣਾ ਮੰਨਣ ਦਾ ਬਲ ਬਖਸ਼ੇ। ਭਾਈ ਸਾਹਿਬ ਜੀ ਇੱਕ ਮਨਵੀਰ ਸਿੰਘ ਦੀ ਤੰਦਰੁਸਤੀ ਵਾਸਤੇ ਅਰਦਾਸ ਕਰਾ ਕੇ ਗਏ ਨੇ, ਧੰਨਵਾਦ ਕਰਦਾ ਜਲਦੀ ਸਮਾਂ। ਭਾਈ ਮਨਜਿੰਦਰ ਸਿੰਘ ਲਾਲਪੁਰਾ ਉਹਨਾਂ ਦੇ ਨਾਮ ਤੇ ਅਰਦਾਸ ਆਈ ਹੈ, ਸਤਿਗੁਰੂ ਕਿਰਪਾ ਕਰੇ ਸਭ ਗੁਰੂ ਕੀ ਸੰਗਤ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੇ ਰੋਗਤਾ ਬਖਸ਼ੇ। ਸਾਥੀ ਮੇਰੇ ਪੂਜਾ ਪਿਤਾ ਉਸਤਾਦ ਗਿਆਨੀ ਮਿਲਕਾ ਸਿੰਘ ਮੌਜੀ ਸਾਹਿਬ ਦੇ ਸਪੁੱਤਰ ਜੋ ਖੱਬੇ ਪਾਸੇ ਜਥੇ ਦੇ ਆਗੂ ਗਾ ਰਹੇ ਸੀ ਭਾਈ ਸਾਹਿਬ ਭਾਈ ਪ੍ਰਭਜੋਤ ਸਿੰਘ ਜੀ ਬੀਗੇ, ਇਸ ਵੇਲੇ ਐਮਏ ਵਿਦਿਆਰਥੀ ਸਿਰਾਲੀ ਕਲਾਂ ਸਰੰਗੀ ਮਾਸਟਰ ਸਾਡੇ ਪ੍ਰੋਫੈਸਰ ਸਾਹਿਬ ਸਤਿਕਾਰਯੋਗ ਸਰਦਾਰ ਸੁਖਵਿੰਦਰ ਸਿੰਘ ਜੀ ਫਤਿਹਗੜ੍ਹ ਸਭਰਾਤ, ਸਰਦਾਰ ਸ਼ਾਮ ਸਿੰਘ ਅਟਾਰੀ ਦੇ ਪਾਵਨ ਸ਼ਹੀਦੀ ਸਥਾਨ ਤੋਂ ਢਾਡੀ ਭਾਈ ਜਸਬੀਰ ਸਿੰਘ ਜੀ ਬੀਗੇ, ਸ੍ਰੀ ਗੁਰੂ ਅਮਰਦਾਸ ਦੀ ਪਵਿੱਤਰ ਧਰਤੀ ਗੋਇੰਦਵਾਲ ਸਾਹਿਬ ਤੋਂ ਤੇ ਦਾਸ ਹਮ ਅਵਗੁਣ ਭਰੇ ਏਗੋ ਨਾਹੀ ਮਨਵੀਰ ਸਿੰਘ ਬੀਗੇ, ਇਸ ਵੇਲੇ ਐਮਏ ਵਿਦਿਆਰਥੀ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਪਾਵਨ ਜਨਮ ਸਥਾਨ ਨਗਰ ਪੋਵਿੰਡ ਤੋਂ। ਅਰਦਾਸ ਕਰੋ ਜਿਤਨਾ ਤੁਸੀਂ ਦਸਵੰਧ ਦਿੱਤਾ ਕਿਸੇ ਚੰਗੇ ਲੇਖੇ ਲੱਗੇ, ਚੰਗੀਆਂ ਕਿਤਾਬਾਂ ਚੰਗੇ ਗ੍ਰੰਥ ਲੈ ਕੇ ਤੁਹਾਡੇ ਸਾਹਮਣੇ ਪੜ੍ਹ ਕੇ ਉਹ ਇਤਿਹਾਸ ਵਿੱਚੋਂ ਕੁਝ ਅਨਰੋਲ ਢਾਡੀ ਕਲਾ ਲੈ ਕੇ ਆਪ ਜੀ ਦੀ ਸੰਗਤ ਵਿੱਚ ਹਾਜ਼ਰ ਹੋਈਏ। ਧੰਨਵਾਦ ਭਾਈ ਸਾਹਿਬ ਜੀ ਦਾ, ਗੁਰੂ ਕੀ ਸਮੁੱਚੀ ਸੰਗਤ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਰੋਮ ਰੋਮ ਧੰਨਵਾਦ। ਸਮੁੱਚਾ ਅਰਦਾਸਾਂ ਤੇ ਸਮਾਪਤੀ ਦੀ ਫਤਿਹ ਆਖੋ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।